ਬੈਬਲ ਕਲਾ ਧਰਨੇ 'ਚ ਸ਼ਾਮਿਲ ਨਵਜੋਤ ਸਿੱਧੂ ਤੋਂ ਧਰਨੇ ਤੇ ਬੈਠੇ ਲੋਕਾਂ ਨੇ ਪੁੱਛੇ ਤਿੱਖੇ ਸਵਾਲ। ਕੀ ਭਗਵੰਤ ਮਾਨ ਦੀ ਅਜਿਹੀ ਬੋਲਬਾਣੀ ਸਹੀ ਹੈ? ਪ੍ਰਕਾਸ਼ ਸਿੰਘ ਬਾਦਲ ਬਾਰੇ ਆ ਕੀ ਬੋਲ ਗਏ ਭਗਵੰਤ ਮਾਨ। ਪੰਜਾਬ ਨੂੰ ਮਿਲਣ ਜਾ ਰਿਹਾ ਹੈ ਚੰਡੀਗੜ੍ਹ, ਸੁਣੋ ਕੇਜਰੀਵਾਲ ਨੇ ਕੀ ਕਿਹਾ। ਕਪੂਰਥਲਾ ਬੇਅਦਬੀ ਮਾਮਲੇ 'ਚ ਪੁਲਿਸ ਨੇ ਕੀਤੇ ਖੁਲਾਸੇ, ਕਤਲ ਦਾ ਮਾਮਲਾ ਦਰਜ ਨਹੀਂ ਹੋਈ ਬੇਅਦਬੀ। ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਨੇ ਕੀਤੀ ਪ੍ਰੈਸ ਕਾਨਫਰੰਸ। ਅਨਮੋਲ ਗਗਨਮਾਨ ਪਹੁੰਚੀ ਕੇਜਰੀਵਾਲ ਸਰਕਾਰ ਦੇ ਸਰਕਾਰੀ ਸਕੂਲਾਂ 'ਚ। ਰਾਣਾ ਸੋਢੀ ਦੇ ਕਾਂਗਰਸ ਤੇ ਵੱਡੇ ਹਮਲੇ, ਕਿਹਾ ਬੀਜੇਪੀ ਅਤੇ ਪੀਐਮ ਮੋਦੀ ਹੀ ਪੰਜਾਬ ਨੂੰ ਬਚਾ ਸਕਦਾ ਹੈ। ਬੈਬਲ ਕਲਾ ਧਰਨੇ 'ਚ ਸ਼ਾਮਿਲ ਨਵਜੋਤ ਸਿੱਧੂ ਤੋਂ ਧਰਨੇ ਤੇ ਬੈਠੇ ਲੋਕਾਂ ਨੇ ਪੁੱਛੇ ਤਿੱਖੇ ਸਵਾਲ। ਪੁੱਛਣਗੇ ਲੋਕ, ਪੁੱਛਣਗੇ ਅਦਾਲਤ, ਲੋਕ ਅਦਾਲਤ ਦਾ ਮਤਲਬ ਲੋਕਾਂ ਨੇ ਪੁੱਛਣੇ ਆ। ਹੁਣ ਜਿਹੜੇ ਇਹਨਾਂ ਨੇ ਕੀਤੀਆਂ ਵਾਅਦੇ ਕੀਤੇ ਉਹ ਸਾਰਿਆਂ ਨੂੰ ਪੁੱਛੇ ਜਾਣਗੇ। ਤੁਹਾਡੇ ਐਮਐਲਏ ਕਰਕੇ ਤੇ ਇਹ ਇਸ ਟਾਈਮ ਜਿਹੜਾ ਚੰਨੀ ਮੁੱਖ ਮੰਤਰੀ ਆ, ਤੁਹਾਡੇ ਹੱਥ ਸਾਰਾ ਕੁਝ ਆ। ਚੰਨੀ ਅੱਜ ਤੁਸੀਂ ਪਾਸੇ ਕਰ ਸਕਦੇ ਹੋ। ਮੁੱਖ ਮੰਤਰੀ ਰਾਹੁਲ ਜੀ ਨੇ ਲਾਇਆ ਚੰਨੀ ਸਾਹਿਬ ਨੂੰ ਜੀ, ਤੇ ਉਹ ਫਿਰ ਬੇਅਦਬੀ ਦਾ ਇਨਸਾਫ ਵੀ ਦਿਓ। ਰਾਹੁਲ ਸਾਹਿਬ ਕਹਿਣ ਨੂੰ ਚੰਨੀ ਸਾਹਿਬ ਨੂੰ ਵੀ ਇਨਸਾਫ ਦਿਓ। ਕੀ ਸਿਰਫ ਪਾਵਰ ਕੁਰਸੀ ਨੂੰ ਲੈਣ ਵਾਸਤੇ ਮੰਗੀ ਜਾਂਦੀ ਹੈ ਵੀ ਸਾਨੂੰ ਕੁਰਸੀ ਮਿਲ ਜੇ, ਕਿਹੜਾ ਘੰਟਿਆਂ 'ਚ ਕਹਿੰਦੇ ਘੰਟਿਆਂ 'ਚ ਹੱਲ ਕਰ ਦਿਆਂਗੇ। ਅੱਜ 3 ਮਹੀਨੇ ਦਾ ਸਮਾਂ ਹੋ ਗਿਆ, ਪਾਵਰ ਆਈਆਂ ਨੂੰ, ਡਿਪਟੀ ਸੀਐਮ ਵੀ ਆ, ਗ੍ਰਹਿ ਮੰਤਰੀ ਵੀ ਆ, ਤੇ ਤੁਹਾਡੀ ਸਰਕਾਰ ਲੋਕਾਂ ਨੇ ਲਿਆਂਦੀ ਵੀ ਇਹ ਕੁਝ ਕਰਨਗੇ। 5 ਸਾਲ ਹੋ ਗਏ, ਲੋਕਾਂ ਦੇ ਪੱਲੇ ਕੁਝ ਨਹੀਂ ਪਿਆ। ਹੁਣ ਇਹਦੇ ਤੇ ਫਿਰ ਸਿਆਸਤ ਹੋ ਰਹੀ ਆ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਫਿਰ ਸਿਆਸਤ ਹੋ ਰਹੀ ਆ। ਬਿਆਨ ਇਸੇ ਦੇ ਦਿੱਤੇ ਜਾ ਰਹੇ ਨੇ, ਪਰ ਨਿਆਂ ਕੋਈ ਨਹੀਂ ਸਿੱਖਾਂ ਦੇ ਪੱਲੇ। ਅਖੀਰ ਤੇ ਆ ਕੇ ਇਹਨੇ ਇਹ ਫੈਸਲਾ ਲਿਆ। ਨਵਜੋਤ ਸਿੰਘ ਜੀ, ਤੁਹਾਡੇ ਡਿਪਟੀ ਮੁੱਖ ਮੰਤਰੀ ਨੇ ਗੱਲ ਕਹੀ ਆ, ਉਹਨਾਂ ਦੀ ਕਹੀ ਆ ਜ਼ੁਬਾਨੀ। ਉਹ ਕਹਿੰਦੇ ਆ ਜੇ ਅਸੀਂ ਬੇਅਦਬੀ ਦਾ ਇਨਸਾਫ ਨਾ ਲੈ ਕੇ ਦੇਈਏ ਤੇ ਸਾਡੀ ਹਾਲਤ ਵੀ ਤਕਰੀਰਾਂ ਦਾ ਪਹਿਲੇ ਵਾਲੀ ਹਰਕੀ ਹੋਵੇ। ਉਦੋਂ ਮਾੜੀ ਹੋਣੀ ਹੈ। ਵੇਖੋ ਜਿਹੜਾ ਬੰਦਾ ਮੁੱਖ ਚੋਂ ਕਹਿੰਦਾ ਨਾ ਕੁਛ ਉਹ ਭਾਵਨਾ ਨਾਲ, ਉਹਦਾ ਵਚਨ ਪੂਰਾ ਹੁੰਦਾ। ਅਸੀਂ ਤੇ ਇਹੀ ਜਾਣੇ ਆ ਵੀ ਮਹਾਰਾਜ ਜੇ ਇਹਨਾਂ ਨੇ ਜਿਹੜੇ ਇਹ ਕਿਹਾ ਗੱਲ, ਇਹਨਾਂ ਦੇ ਇਹੀ ਪੂਰੇ ਕਰ ਦਿਓ, ਉਹਦੇ ਅਰਗੇ ਕਰ ਦਿਓ ਉਹਨਾਂ ਨੂੰ। ਕੱਲ ਵਾਲੇ ਕਪੂਰਥਲੇ ਵਾਲੇ 'ਚ ਵੀ ਬਿਆਨ ਬਹੁਤ ਘਟੀਆ ਆਈ ਜਾਂਦਾ ਉਸ ਦਾ ਪ੍ਰਸ਼ਾਸਨ ਦਾ। ਕੀ ਆਈ ਜਾਂਦਾ ਕਿ ਚੋਰੀ ਕਰਨ ਆਇਆ ਸੀ ਗੁਰਦੁਆਰੇ। ਤੁਸੀਂ ਲਾਸ਼ ਨੂੰ ਸਵਾਲ ਕੀਤਾ ਚੋਰੀ ਕਰਨ ਆਇਆ ਸੀ, ਉਹਨੇ ਜਵਾਬ ਦਿੱਤਾ ਤੁਹਾਨੂੰ ਉਹ ਚੋਰੀ ਕਰਨ ਆਇਆ ਸੀ। ਜਦੋਂ ਤੁਹਾਡੇ ਮਾਰ ਕੇ ਮੂਹਰੇ ਰੱਖਤਾ ਉਹ ਕਹਿੰਦੇ ਚੋਰੀ ਕਰਨ ਆਇਆ ਸੀ। ਮੇਰੇ ਕੋਲ ਤੇ ਐਡਮਿਨਿਸਟ੍ਰੇਟਿਵ ਪਾਵਰ ਹੈ ਨਹੀਂ। ਮੈਂ ਤੇ ਇੱਕ ਪਾਰਟੀ ਦਾ ਪ੍ਰਧਾਨ ਆ, ਜਨਰਲ ਸੈਕਟਰੀ ਲਾ ਸਕਦਾ, ਸੰਗਠਨ ਬਣਾ ਸਕਦਾ। ਇੱਕ ਆਪਾਂ ਸਾਰਿਆਂ ਨੂੰ ਪਤਾ ਵੀ ਬੇਅਦਬੀ ਜਿਹੜੀ ਕਰਾਈ ਆ ਸਰਸੇ ਵਾਲੇ ਨੇ ਕਰਾਈ ਆ। ਅੱਜ ਵੀ ਤੁਹਾਡੀ ਪਾਰਟੀ ਦੇ ਨੁਮਾਇੰਦੇ ਐਮਐਲਏ ਬਣੇ ਹੋਏ ਆ, ਕੁਝ ਕੁ ਬਣਨ ਦੀ ਇੱਛਾ ਰੱਖਦੇ ਆ। ਅੱਜ ਵੀ ਉਹਦੇ ਡੇਰੇ ਤੇ ਜਾ ਕੇ ਵੋਟਾਂ ਮੰਗਦੇ ਆ। ਜਾਂ ਤੁਹਾਨੂੰ ਦੋਸ਼ੀਆਂ ਦੀ ਕਤਾਰ 'ਚ ਖੜਾ ਦੇਖੋ ਵੀ ਦੋਸ਼ੀਆਂ ਦੀ ਕਤਾਰ 'ਚ ਹੈ ਤੇ ਦੋਸ਼ੀ ਹੈ, ਤੇ ਫਿਰ ਵੋਟਾਂ ਮੰਗਣਾ ਉਹ ਰਾਜਨੀਤੀ ਨਹੀਂ ਤਾਂ ਹੋਰ ਕੀ ਹੈ ਜੀ। ਬੇਟਾ ਜੋ ਕਿਹਾ ਇਹ ਆਵਾਜ਼ ਪੂਰੀ ਦੁਨੀਆ 'ਚ ਬੁਲੰਦ ਕਰ ਦਿਓ ਬੁਲੰਦ। ਇਹ ਸੱਚ ਦੀ ਆਵਾਜ਼ ਆ। 5 ਸਾਲ ਦਾ ਸਮਾਂ ਸਰਕਾਰ ਇਸ ਵਿਸ਼ੇ ਤੇ ਬਣੀ ਆ ਜੀ। ਅੱਜ ਤੱਕ ਮੈਂ ਸਮਝਦਾ ਵੀ ਆ ਜਿਹੜੀ ਨਵੀਂ ਵੀ ਇਸ ਤੇ ਬਣ ਗਈ, ਉਹਨੇ ਬਿਆਨ ਵੀ ਨਹੀਂ ਲਵਾਇਆ। ਨਵੀਂ ਜਿਹੜੀ ਨਵੀਂ ਆ 3 ਮਹੀਨੇ ਹੋ ਗਏ ਜਿਹੜਾ ਹੋਣ ਚਾਹੀਦਾ, ਤੇ ਉਹਨਾਂ ਦਾ ਇੱਕ ਬਿਆਨ ਵੀ ਨਹੀਂ ਆਇਆ ਇਸ ਵਿਸ਼ੇ ਤੇ ਵੀ ਕੁਝ ਕਰਨਾ ਚਾਹੁੰਦੇ ਆ। ਜੇ ਅਸੀਂ ਮਿਲ ਦੀ ਗੱਲ ਕੀਤੀ ਆ, ਮੇਰਾ ਆਇਆ ਕਿ ਨਹੀਂ ਆਇਆ? ਤੁਹਾਡੇ ਆਇਆ, ਤੁਸੀਂ ਤਾਂ ਉਦੋਂ ਦੀ ਆਵਾਜ਼, ਤੁਸੀਂ ਤਾਂ ਟਵਿੱਟਰ ਫੇਸਬੁੱਕ ਤੋਂ ਉਦੋਂ ਦੀ ਆਵਾਜ਼ ਚੱਕੀ ਜਾਂਦੇ ਹੋ। ਪਰ ਜਿਹੜੀ ਸਰਕਾਰ ਨੂੰ ਕਰਨਾ ਚਾਹੀਦਾ, ਜੇ ਤੁਹਾਡੇ ਹੱਥ 'ਚ ਪਾਵਰ ਆ ਜਾਂ ਤੁਸੀਂ ਤਾਂ ਕਰ ਦਿਓ। ਸਾਰਾ ਕੁਝ ਤਾਂ ਪਤਾ ਹੈ ਕਿ ਸੈਣੀ ਸਾਰਾ ਕੁਝ ਕਰਕੇ ਉਹਦਾ ਡੀਜੀ, ਉਹਦਾ ਜਿਹੜਾ ਵਕੀਲ ਸੀ ਉਹ ਡੀਏ ਲਾ ਦਿੱਤਾ। ਨਵੀਂ ਸਰਕਾਰ 'ਚ ਲੱਗਿਆ ਕਿ ਸਰਕਾਰ ਨੂੰ ਇਹ ਨਹੀਂ ਪਤਾ ਸੀ ਵੀ ਜਿਹੜਾ ਅੱਜ ਤੱਕ ਉਹਨੂੰ ਮਤਲਬ ਬਚਾਉਂਦਾ ਆਇਆ, ਕਟਹਿਰੇ 'ਚ ਖੜਨ ਤੋਂ ਬਚਾਉਂਦਾ ਆਇਆ ਵੀ ਇਹ ਸਹੀ ਆ, ਸਬੂਤ ਦਿੰਦਾ ਆਇਆ ਵੀ ਸਹੀ ਆ, ਉਹੀ ਉਹਨੂੰ ਗਲਤ ਸਾਬਤ ਕਰ ਸਕਦਾ ਸੀ। ਅੱਜ ਪਾਸੇ ਵੀ ਕੀਤਾ ਤੇ ਉਹਦਾ ਉਹ ਸਮਾਂ ਖਰਾਬ ਹੋਇਆ। 2 ਮਹੀਨੇ 2.5 ਮਹੀਨੇ ਜਿਹੜਾ ਜਿੰਨਾ ਚਿਰ ਰਿਹਾ, 20 ਦਿਨ 25 ਦਿਨ, ਉਹ ਸਮਾਂ ਖਰਾਬ ਹੋਇਆ। ਮੈਂ ਤੇ ਇਸ ਗੱਲ ਤੇ ਵੀ ਟਿਕਾ ਕੇ ਲੜਿਆ ਬੇਟਾ। ਮੇਰੇ ਪੰਜਾਬੀ ਭਰਾਵਾਂ ਦੇ ਮਨਾਂ ਦੇ ਵਿੱਚ ਭੈ ਪਾ ਕੇ, ਇੱਕ ਖਾਸ ਕਮਿਊਨਿਟੀ ਦੇ ਮਨ ਦੇ ਵਿੱਚ ਭੈ ਪਾ ਕੇ ਧਰੁਵੀਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੋਟਾਂ ਦੀ ਰਾਜਨੀਤੀ ਖਾਤਰ। ਤੇ ਤੁਸੀਂ ਦੇਖ ਲਓ ਕਿ ਲੋਕ ਕਿੰਨੇ ਜਾਗਰੂਕ ਨੇ। ਪੰਜਾਬ ਦੇ ਲੋਕ ਗੁਰੂ ਨੂੰ ਕਿੰਨੇ ਸਮਰਪਿਤ ਨੇ ਕਿ ਅਗਰ ਬੇਅਦਬੀ ਦਾ ਪ੍ਰਯਾਸ ਹੋਇਆ ਤੇ ਉਹਨਾਂ ਆਪ ਹੀ ਇਨਸਾਫ ਕਰਤਾ। ਉਹਨਾਂ ਇਹ ਦਿਖਾਤਾ ਕਿ ਉਹਨਾਂ ਦੀ ਭਰੋਸੇਯੋਗਤਾ ਸਿਸਟਮ ਤੋਂ ਟੁੱਟੀ ਹੈ। ਜੇ ਇਹੀ ਆਪਾਂ 15 'ਚ ਕੀਤਾ ਹੁੰਦਾ, ਕੀ ਕਿਹਾ ਨੇ ਹੁਣ? ਜੇ 15 'ਚ ਕੀਤਾ ਹੁੰਦਾ ਤੇ ਆ ਕੱਲ ਵਾਲਾ ਸਾਨੂੰ ਦੇਖਣਾ ਨਾ ਪੈਣਾ, ਸਾਹਮਣੇ ਨਹੀਂ ਕਰਨਾ ਪੈਣਾ। ਮੈਂ ਕਹਿੰਦਾ ਜੇ 15 'ਚ ਸਜ਼ਾ ਯਾਫਤਾ ਕੀਤੇ ਹੁੰਦੇ, ਕੋਈ ਹੋਵੇ ਗੁਰੂ ਤੋਂ ਉੱਤੇ ਤਾਂ ਨਹੀਂ ਕੋਈ, ਸਮਝਿਆ ਨਹੀਂ?
ਜਿਹਨੇ ਓਛੀ ਵੋਟਾਂ ਦੀ ਰਾਜਨੀਤੀ ਖਾਤਰ ਪੰਜਾਬੀਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ, ਸਾਡੀ ਪੰਜਾਬੀਅਤ ਦੇ ਉੱਤੇ, ਸਾਡੀ ਢਾਲ ਦੇ ਉੱਤੇ। ਅਸੀਂ ਉਦੋਂ ਨਹੀਂ ਟੁੱਟੇ ਜਦੋਂ ਮਸਾ ਰੰਗੜ ਆਇਆ, ਅਸੀਂ ਉਦੋਂ ਨਹੀਂ ਟੁੱਟੇ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ। ਤੇ ਜਿਹਨੇ ਉਸ ਪੰਜਾਬੀਅਤ ਨੂੰ, ਸਾਡੇ ਏਕੇ ਨੂੰ, ਸਾਡੇ ਆਪਸੀ ਭਾਈਚਾਰੇ ਨੂੰ, ਬਾਬੇ ਨਾਨਕ ਦੀ ਦਿੱਤੀ ਰਾਹ ਨੂੰ, ਸਰਬਤ ਦੇ ਭਲੇ ਨੂੰ। ਕਿਹੜੇ ਜੀ ਅੱਜ ਤੁਹਾਡੇ ਡਿਪਟੀ ਸੀਐਮ ਜਿਹੜੇ ਕਹਿੰਦੇ ਸੀ ਘੰਟਾ ਪਾਵਰ ਆ ਜੇ, ਅੱਜ ਤਾਂ 3 ਮਹੀਨੇ ਹੋ ਗਏ। ਕੀ ਸਿਰਫ ਪਾਵਰ ਕੁਰਸੀ ਨੂੰ ਲੈਣ ਵਾਸਤੇ ਮੰਗੀ ਜਾਂਦੀ ਹੈ ਵੀ ਸਾਨੂੰ ਕੁਰਸੀ ਮਿਲ ਜੇ? ਕਿਹੜਾ ਘੰਟਿਆਂ 'ਚ ਕਹਿੰਦੇ ਘੰਟਿਆਂ 'ਚ ਹੱਲ ਕਰ ਦਿਆਂਗੇ। ਅੱਜ 3 ਮਹੀਨੇ ਦਾ ਸਮਾਂ ਹੋ ਗਿਆ ਪਾਵਰ ਆਈਆਂ ਨੂੰ। ਡਿਪਟੀ ਸੀਐਮ ਵੀ ਆ, ਗ੍ਰਹਿ ਮੰਤਰੀ ਵੀ ਆ। ਸਿਸਟਮ ਜਿਹੜਾ ਹੈ, ਅੱਜ ਸਿਸਟਮ ਨੂੰ ਜਵਾਬ ਦੇਣੇ ਪੈਣੇ। ਮੈਂ ਇਸ ਸਿਸਟਮ ਦਾ ਹਿੱਸਾ, ਮੈਂ ਜਵਾਬ ਦੇਈ ਜਾਣਾ। ਸਿੱਧੂ ਜੀ ਬੇਨਤੀ ਹੈ ਵੀ ਜੇ ਤੁਸੀਂ ਮੌਕਾ ਸੰਭਾਲ ਲੈਣਾ ਤਾਂ ਸਾਰੀ ਸੰਗਤ ਪੰਜਾਬ ਸਮਝੋ ਵੀ ਆਉਂਦਾ ਜਿਹੜਾ ਸਮਾਂ ਨਾ ਤੁਹਾਡੇ ਨਾਲ ਹੈ। ਹੁਣ ਮੌਕਾ ਸੰਭਾਲ ਲਓ ਤੁਸੀਂ, ਤੁਹਾਨੂੰ ਬਾਬੇ ਨਾਨਕ ਨੇ ਸ਼ਹੀਦਾਂ ਨੇ ਭੇਜਿਆ ਜੇ, ਤੇ ਫਿਰ ਜਿਹੜਾ ਨਾ ਉਹ ਅਸੈਂਬਲੀ ਦੇ ਵਿੱਚ ਜਿਹੜੀ ਕੁਰਸੀ ਹੁੰਦੀ ਨਾ ਮੇਨ ਮੁੱਖ, ਹੁਣ 4-5 ਸਾਲ ਲੱਗਣ ਦੇ ਮੁਤਾਬਕ ਹੁਣ ਇਹਦੇ ਤੇ ਫਿਰ ਸਿਆਸਤ ਹੋ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਤੇ ਫਿਰ ਸਿਆਸਤ ਹੋ ਰਹੀ ਹੈ। ਬਿਆਨ ਇਸੇ ਦੇ ਦਿੱਤੇ ਜਾ ਰਹੇ ਨੇ, ਪਰ ਨਿਆਂ ਕੋਈ ਨਹੀਂ ਸਿੱਖਾਂ ਦੇ ਪੱਲੇ। ਖੀਰ ਤੇ ਆ ਕੇ ਇਹਨੇ ਫੈਸਲਾ ਲਿਆ ਇੱਕ ਜੀ ਤੇ ਆਪਾਂ ਗੁਰੂ ਦੇ ਨਾਂ ਤੇ ਆਪਾਂ ਕੁਛ ਕਰੀਏ। ਅਸੀਂ ਸਾਰਿਆਂ ਨੂੰ ਆਵਾਜ਼ ਦਿੰਨੇ, ਆਓ ਭਾਈ ਗੁਰੂ ਦੇ ਨਾਂ ਤੇ ਆਪਾਂ ਕਰੀਏ। ਸਾਡਾ ਗੁਰੂ, ਜੇ ਗੁਰੂ ਪਿੱਛੇ ਨਹੀਂ ਅਸੀਂ ਕੁਛ ਕਰ ਸਕਦੇ ਤੇ ਫਿਰ ਅਸੀਂ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਖਸ਼ਕਾਏ। ਇਹ ਤਾਂ ਸਾਡਾ ਖਾਣਾ ਹਰਾਮ ਆ ਜੀ, ਪਹਿਨਣਾ ਹਰਾਮ ਆ ਜੀ। ਬਾਬਾ ਜੀ ਜੇ ਜ਼ੁਲਮ ਕਰਨਾ ਪਾਪ ਤੇ ਦਸਮ ਪਾਤਸ਼ਾਹ ਕਿਹਾ ਜ਼ੁਲਮ ਸਹਿਣਾ ਉਦੋਂ ਵੱਡਾ ਪਾਪ। ਮੈਂ ਇਸ ਪਾਪ ਉਹ ਕਹਿ ਰਹੇ ਉਹ ਜਿਹੜਾ ਜ਼ੁਲਮ ਸਹਿੰਦਾ ਤਾਂ ਹੀ ਇੱਥੇ ਆ ਕੇ ਬੈਠੇ ਆ ਜੁਲਮ ਆਖੀਰ ਤੇ ਬੈਠੇ 15 ਦਿਨ ਰਹਿ ਗਏ ਜੀ, ਸਾਰੇ 20 ਦਿਨ ਵੀ। ਹੁਣ ਆਪਣਾ ਫਰਜ਼ ਬਣਦਾ ਆਪਾਂ ਆਵਾਜ਼ ਉਠਾਈਏ, ਫਿਰ ਦੁਬਾਰਾ ਸਰਕਾਰਾਂ ਬਣਾਉਣ ਨੂੰ ਇਹ ਗੁਰੂ ਦੇ ਨਾਂ ਤੇ ਤਿਆਰ ਹੋਏ ਬੈਠੇ ਆ, ਤੇ ਲੋਕਾਂ ਨੂੰ ਜਾਗਰਤ ਕਰੀਏ। ਆਓ ਭਾਈ, ਇਹ ਫਿਰ ਸਾਡੇ ਨਾਲ ਉਹੀ ਕੁਝ ਫਿਰ ਕਰ ਰਿਹਾ ਵਾਰੀ ਨਾਲ। ਇੱਕ ਬਾਬਾ ਜੀ ਬੈਠੀ ਦੱਸੋ, ਗੁਰੂ ਪਾਤਸ਼ਾਹ ਨੇ ਜਦੋਂ ਕੁਰਬਾਨੀ ਦਿੱਤੀ, ਪਾਤਸ਼ਾਹ ਨੇ ਕੌਤਕ ਵਰਤਾਏ ਨੇ ਭਾਣੇ। ਜਿਹੜਾ ਇਹ ਅੰਗ ਨਾ ਗੁਰੂ ਸਾਹਿਬ, ਇਹ ਹੋਰ ਪੈਰਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪੰਜਵੇਂ ਪਾਤਸ਼ਾਹ ਨੌਵੇਂ ਪਾਤਸ਼ਾਹ ਨੇ ਕੌਤਕ ਭਾਣਾ ਵਰਤਾਇਆ ਸੀ। ਗੁਰੂ ਗ੍ਰੰਥ ਸਾਹਿਬ ਦੀ ਆਪਾਂ ਬੇਰੀ ਲਾ ਕੇ ਕਹਿ ਤਾਂ ਦਿੰਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਇੱਜ਼ਤੀ ਕਰਨ ਵਾਲਾ ਕੋਈ ਜੰਮਿਆ ਨਹੀਂ ਦੁਨੀਆ ਤੇ। ਇਹ ਤਾਂ ਪਾਤਸ਼ਾਹ ਜੀ ਗਰਾਉਂਦੇ ਨੇ ਆਪ ਹੀ, ਸ਼ਬਦ ਰੋਜ਼ ਆਦੀਆਂ ਕੁਰਬਾਨੀਆਂ ਦੇ ਰਹੇ ਨੇ। ਜੇ ਗੁਰੂ ਗ੍ਰੰਥ ਸਾਹਿਬ ਦੇ ਜੇ ਸਿੱਖ ਸੀਗੇ ਬਦਲ ਕੇ ਉਹ ਸਾਰੀ ਅਕਾਲੀ ਖੋਟੀਕਾਰ ਸਰਕਾਰ ਤੇ ਉਹਨਾਂ ਫੈਸਲਾ ਨਹੀਂ ਕੀਤਾ, ਤੇ ਤਪੋ ਰਾਜ ਤੇ ਰਾਜੋ ਨਾਲ ਕੁਰਸੀ ਗਈ। ਜੇ ਕੈਪਟਨ ਨੇ ਵਾਅਦਾ ਕੀਤਾ ਹੱਥ ਗੁਟਕਾ ਫੜ ਕੇ ਤੇ ਉਹਨੇ ਪੂਰਾ ਨਹੀਂ ਕੀਤੇ, ਉਹੀ ਗਏ। ਹੁਣ ਉਹਨਾਂ ਦੀ ਕਿੰਨੀ ਕੁ ਕੀਮਤ ਹੈ ਕੈਪਟਨ ਦੀ, ਨਾ ਉਧਰ ਦਾ ਉਧਰ ਦਾ। ਜਿਹੜਾ ਕਹਿੰਦੇ ਤੇ ਹੁਣ ਮਿਲੇ ਤੁਹਾਨੂੰ ਚੰਨੀ ਨੂੰ ਮੁੱਖ ਮੰਤਰੀ, ਤੇ ਤੁਸੀਂ ਕਹਿੰਦੇ ਤੇ ਇਹ ਨੇ ਵੀ ਜਿਹੜੇ ਸਿੱਧੂ ਦਾ ਨੇ ਉਹ ਮੁੱਖ ਮੰਤਰੀ ਦਾ ਉਹ ਨੇ। ਨਹੀਂ ਬਿਲਕੁਲ ਨਹੀਂ ਗਾ ਜੀ। ਬਿਆਨ ਦੇ ਮੌਕਾ ਉਹਦਾ ਇਲੈਕਸ਼ਨ ਜੀ ਬਿਲਕੁਲ ਆ ਸਾਰਾ ਪਾਤ ਭਰਿਆ ਹੋਊਗਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਤੇ ਸ਼ਹੀਦਾਂ ਦੇ ਕਾਤਲਾਂ ਨੂੰ ਤੁਸੀਂ ਕਰ ਦੋਗੇ ਨਾ ਕਾਨੂੰਨ ਮੁਤਾਬਕ ਠਹਿਰੇ 'ਚ, ਤੇ ਮੁੱਖ ਮੰਤਰੀ ਸਾਰਾ ਪੰਥ ਕੌਮ ਪੰਜਾਬ ਤੁਹਾਡਾ ਹੋਊਗੀ ਤੇ ਸੀਮਾ ਤੁਸੀਂ ਹੋਗੇ ਜੇ। ਮੈਂ ਤੇ ਇੱਥੇ ਇਸ ਕਰਕੇ ਆਇਆ ਵੀ ਜਿਹੜੇ ਸਾਡੇ ਲੀਡਰ ਸੀ ਹਨ ਔਰ ਅੱਗੇ ਵੀ ਰਹਿਣਗੇ, ਰਾਹੁਲ ਗਾਂਧੀ ਜੀ, ਉਹ ਇੱਥੇ ਆਏ ਸੀ ਔਰ ਇੱਥੇ ਆ ਕੇ ਇਹਨਾਂ ਨਾਲ ਮੁਲਾਕਾਤ ਕਰਕੇ ਗਏ, ਹੋਰ ਥਾਂ ਤੇ ਮੁਲਾਕਾਤ ਕਰਕੇ ਗਏ, ਔਰ ਮੈਨੂੰ ਹਮੇਸ਼ਾ ਕਹਿੰਦੇ ਆ ਕਿ ਇਹ ਇਨਸਾਫ ਜ਼ਰੂਰ ਹੋਣਾ ਚਾਹੀਦਾ ਹੈ। ਮੈਂ ਉਹਨਾਂ ਦੇ ਕਹਿਣ ਤੇ ਹਮੇਸ਼ਾ ਆਵਾਜ਼ ਚੁੱਕਦਾ ਰਿਹਾ, ਔਰ ਸੱਚੀ ਗੱਲ ਪੁੱਛੋ ਮੈਨੂੰ ਐ ਲੱਗਦਾ ਯਾਰ ਜੇ ਤੇ ਗੁਰੂ ਦੇ ਹੋ ਸਕੇ ਤੇ ਫਿਰ ਤੇ, ਨਹੀਂ ਤੇ ਕੱਖ ਦੇ ਨਹੀਂ। ਤੁਹਾਡਾ ਤਾਵੇ ਦੇ ਰਾਜ ਮਿਲਿਆ ਤੁਹਾਨੂੰ। ਹਾਂਜੀ ਨਹੀਂ ਮੈਨੂੰ ਜਿੱਦਣ ਨਿਰਣਾ ਲੈਣ ਦੀ ਕੋਈ ਤਾਕਤ ਹੋਵੇ ਨਾ, ਤੇ ਮੈਂ ਤੇ ਇੱਕ ਦਿਨ ਨਾ ਪੈਣ ਦਿਆਂ ਬਾਬਾ ਜੀ। ਮੈਂ ਤੁਹਾਨੂੰ ਫੇਰ ਕਹਿ ਰਿਹਾ ਇੱਕ ਦਿਨ ਨਾ ਪੈਂਦੇ। ਮੈਂ ਤੇ ਬਾਰ-ਬਾਰ ਕਹਿੰਦਾ ਰਿਹਾ, ਉਦੋਂ ਵੀ ਕਹਿੰਦਾ ਰਿਹਾ, ਹੁਣ ਵੀ ਕਹਿੰਦਾ ਰਿਹਾ, ਹਾਲਾਂਕਿ ਮੇਰੇ ਨਾਲ ਨਾਰਾਜ਼ ਹੋ ਜਾਂਦੇ, ਪਰ ਮੈਂ ਇਹ ਕਹਿੰਦਾ ਕਿ ਇਹ ਕਿਸੇ ਪਾਰਟੀ ਦਾ ਮਸਲਾ ਨਹੀਂ। ਪ੍ਰਧਾਨ ਜੀ ਜਿਹੜਾ ਤੁਸੀਂ ਇਹ ਕਹਿਆ ਵੀ ਸਾਡੇ ਵਾਸਤੇ ਨਹੀਂ, ਪੰਜਾਬ ਸਰਕਾਰ ਨੇ ਵਾਸਤੇ ਹੈ ਹੀ ਆ। ਜੇ ਵਾਸਤੇ ਨਾ ਹੋਵੇ ਕਿਹਾ ਸੀ ਵੀ ਜੇ ਮੋਦੀ ਦੇ ਵਾਸਤੇ ਨਹੀਂ ਕਰ ਸਕਦੇ। ਮੇਰੀ ਗੱਲ ਨੂੰ ਸੁਣੋ ਤੇ ਆ ਬਹਿ ਗਏ ਆ। ਬਸ ਫਿਰ ਬਾਬਰ ਆਪਾਂ ਧਰਨਾ ਸ਼ੁਰੂ ਮੇਰੀ ਗੱਲ ਨੂੰ ਸੁਣੋ, ਤੁਸੀਂ ਇੱਕ ਗੱਲ ਨੂੰ ਧਿਆਨ ਨਾਲ ਸਮਝੋ ਕਿ ਮੈਂ ਤੇ ਅੱਜ ਸਮਰਥਨ ਹੀ ਕਰਨ ਆਇਆ ਨਾ ਜੀ, ਹਾਂਜੀ ਪੂਰੀ ਤਰ੍ਹਾਂ ਸਮਰਥਨ ਕਰਨ ਆਇਆ। ਹੋਰ ਕੋਈ ਆਇਆ ਹੋਵੇ ਤਾਂ ਮੈਨੂੰ ਦੱਸੋ। ਇਹ ਚੇਤਾ ਕਰਾਉਣ ਆਇਆ ਕਿ ਭਾਈ ਉੱਥੇ ਤੇ ਲੋਕਾਂ ਨੇ ਹੋਣ ਨਹੀਂ ਦਿੱਤੀ, ਲੋਕ ਪਹਿਰੇਦਾਰ ਬਣੇ ਆ,
ਲੋਕਤੰਤਰ ਦੇ ਲੋਕ ਹੁਣ ਵੀ ਬੰਨ ਗਏ ਜੀ ਬੰਨ ਇਹਦੇ ਲਈ ਜਾ ਕੇ ਅਸੀਂ ਉਹੀ ਤੁਹਾਡੇ ਮੰਤਰੀਆਂ ਨੂੰ ਮਿਲੇ, ਉਹੀ ਅੱਜ ਦੇ ਡਿਪਟੀ ਸੀਐਮ ਨੂੰ ਸਪੈਸ਼ਲ ਜਾ ਕੇ ਮਿਲਿਆ ਮੈਂ ਵੀ ਆਹ ਮੁੰਡਾ ਸਹੀ ਹੋ ਗਿਆ, ਤੁਰਨ ਲੱਗ ਗਿਆ, ਇਹਨੂੰ ਨੌਕਰੀ ਲਾ ਦਿਓ। ਉਹੀ ਡਿਪਟੀ ਸੀਐਮ ਦਾ ਉਦੋਂ ਇਹ ਹੁੰਦਾ ਸੀ ਵੀ ਅਸੀਂ ਕਰ ਦਿਆਂਗੇ, ਸਾਡੇ ਹੱਥ ਕੁਛ ਨਹੀਂ ਹੈ। ਕਹਿੰਦਾ ਮੈਂ ਮਾਰਕੀਟ 'ਚ ਨੌਕਰੀ ਦੇ ਸਕਦਾ, ਮੈਂ ਮੂੰਹ ਤੇ ਗੱਲ ਕਹਿਣ ਨੂੰ ਤਿਆਰ ਹਾਂ। ਕਿੰਨੀ ਤਨਖਾਹ ਹੋਊਗੀ? ਕਹਿੰਦਾ ਸੰਗਰੂਰ ਲਾ ਦੇਣਾ, 8000 ਰੁਪਏ ਤਨਖਾਹ ਹੋਊਗੀ। ਕਹਿੰਦਾ ਵਾਹਿਗੁਰੂ ਤੁਰਿਆ ਉਹ ਤੋਂ ਜਾਂਦਾ ਨਹੀਂ, ਕਰੋੜਾਂ ਦੇ ਅੱਗੇ ਤੁਰਦਾ ਸੀ ਉਹ। 8000 ਤਨਖਾਹ ਦੇ ਕੇ ਇਹਦਾ ਖਰਚਾ ਪੂਰਾ ਕਿੱਥੋਂ ਹੋਣਾ ਸੀ? ਪਿੰਡ ਇਹਦਾ ਹੈਗਾ 70 ਕਿਲੋਮੀਟਰ 80 ਕਿਲੋਮੀਟਰ ਪਾਸੇ। ਨਵਜੋਤ ਸਿੰਘ ਜੀ, ਤੁਹਾਡੇ ਡਿਪਟੀ ਮੁੱਖ ਮੰਤਰੀ ਨੇ ਗੱਲ ਕਹੀ ਆ, ਉਹਨਾਂ ਦੀ ਕਹੀ ਆ ਜ਼ੁਬਾਨੀ। ਉਹ ਕਹਿੰਦੇ ਆ ਜੇ ਅਸੀਂ ਬੇਅਦਬੀ ਦਾ ਇਨਸਾਫ ਨਾ ਲੈ ਕੇ ਦਈਏ ਤੇ ਸਾਡੀ ਹਾਲਤ ਵੀ ਤਕਰੀਰਾਂ ਦਾ ਪਹਿਲੇ ਵਾਲੀ ਹਰਕੀ ਹੋਵੇ। ਉਦੋਂ ਮਾੜੀ ਹੋਣੀ ਹੈ। ਵੇਖੋ ਜਿਹੜਾ ਬੰਦਾ ਮੁੱਖ ਚੋਂ ਕਹਿੰਦਾ ਨਾ ਕੁਛ ਉਹ ਭਾਵਨਾ ਨਾਲ ਉਹਦਾ ਵਜਨ ਪੂਰਾ ਹੁੰਦਾ। ਅਸੀਂ ਤੇ ਇਹੀ ਆਣੇ ਆ ਵੀ ਮਹਾਰਾਜ ਜੇ ਇਹਨਾਂ ਨੇ ਜਿਹੜੇ ਇਹ ਕਿਹਾ ਗੱਲ ਇਹਨਾਂ ਦੇ ਇਹੀ ਪੂਰੇ ਕਰ ਦਿਓ, ਉਹਦੇ ਅਰਗੇ ਕਰ ਦਿਓ ਉਹਨਾਂ ਨੂੰ। ਜੇ ਇਹਨਾਂ ਨੇ ਇਹ ਕਿਹਾ ਬਚਨ ਇਹਨਾਂ ਦਾ ਹੀ ਪੂਰਾ ਕਰ ਦਿਓ। ਅਸੀਂ ਇਹੀ ਕੈਪਟਨ ਗੱਲ ਕਿਸੇ ਨੂੰ ਟਾਈਮ ਨਹੀਂ ਦਿੰਦਾ ਸੀ ਤੇ ਅੱਜ ਲੋਕਾਂ ਦੇ ਘਰਾਂ ਜੇ ਚ ਕਰ ਦਿੰਦੇ ਆ ਫਿਰ ਲੋਕ ਇਹਨਾਂ ਦੇ ਨਾਲ ਹੋਣਗੇ। ਕਿਹੜੀਆਂ ਗੱਲਾਂ ਤੋਂ? ਆਹੀ ਗੱਲਾਂ ਤੋਂ, ਆ ਬੇਅਦਬੀ ਕਰਕੇ ਹੀ ਕਿਸੇ ਨੂੰ ਟਾਈਮ ਨਹੀਂ ਦਿੱਤਾ ਉਹਨੇ। ਵੇਖਣ ਵਾਲੀ ਗੱਲ ਆ। ਹੁਣ ਜੇ ਇੱਥੋਂ ਇਨਸਾਫ ਨਹੀਂ ਹੁੰਦਾ ਤੇ ਆ ਜਿਹੜੇ ਦਰਬਾਰ ਸਾਹਿਬ ਜਾ ਵੜਿਆ, ਕਪੂਰਥਲੇ ਗਿਆ, ਇਹ ਤਾਂ ਹੀ ਹੌਸਲਾ ਪਈ ਜਾਂਦਾ। ਤੇ ਬਣੂਗਾ ਜੀ। ਜੇ ਨਾਲ ਦੀ ਨਾਲ ਲੋਕਾਂ ਨੇ ਲਹਿਰ ਇਨਸਾਫ ਹੁੰਦਾ ਤੇ ਜ਼ਰੂਰੀ ਫਿਰ ਆ। ਕਿਵੇਂ ਹੌਸਲਾ ਉਹ ਪਾਵੇ? ਜੋ ਕੁਝ ਉੱਥੇ ਹੋਇਆ, ਹਾਂਜੀ ਜੇ ਲੋਕਾਂ ਨੇ ਇਹ ਕੀਤਾ ਹੈ ਤੇ ਲੋਕਾਂ ਨੂੰ ਸਿਸਟਮ ਤੇ ਭਰੋਸੇਯੋਗਤਾ ਹੈ ਨਹੀਂ, ਤਾਂ ਹੀ ਤੇ ਬਾਅਦ ਚ ਤਾਂ ਮੰਦਬੁੱਧੀ ਬਣ ਕੇ ਬਾਹਰ ਆਉਣਾ ਸੀ। ਲੁਧਿਆਣੇ ਤੋਂ ਬੰਦਾ ਚੱਲ ਕੇ ਜਾਂਦਾ ਹੈ, ਤਖਤ ਸਾਹਿਬ ਤੇ ਜਾ ਕੇ ਉੱਥੇ ਬੀੜੀ ਦਾ ਧੂਆਂ ਮਾਰਦਾ ਹੈ। ਗ੍ਰਿਫਤਾਰੀ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਮੰਦਬੁੱਧੀ ਹੈ। ਹਾਂ, ਪਹਿਲਾਂ ਲਿਖਾਈ ਫਿਰਦਾ ਡਾਕਟਰ ਤੋਂ ਉਹ ਮੰਦਬੁੱਧੀ ਹੈ ਨਾ। ਜਦੋਂ ਚੱਲ ਕੇ ਜਾਵੜਾ ਰਾਹ 'ਚ ਉਹਦਾ ਐਕਸੀਡੈਂਟ ਨਹੀਂ ਹੁੰਦਾ, ਰਾਹ 'ਚ 100 ਕੁਛ ਚੱਲਦਾ, ਉਦੋਂ ਨਹੀਂ ਉਹਨੂੰ ਕੁਛ ਹੋਇਆ। ਜਦੋਂ ਤੇ ਗ੍ਰਿਫਤਾਰ ਹੁੰਦਾ ਉਦੋਂ ਮੰਦਬੁੱਧੀ ਹੋ ਜਾਂਦਾ। ਕੱਲ ਵਾਲੇ ਕਪੂਰਥਲੇ ਵਾਲੇ 'ਚ ਵੀ ਬਿਆਨ ਬਹੁਤ ਘਟੀਆ ਆਈ ਜਾਂਦਾ ਉਸ ਦਾ ਪ੍ਰਸ਼ਾਸਨ ਦਾ। ਕੀ ਆਈ ਜਾਂਦਾ ਕਿ ਚੋਰੀ ਕਰਨ ਆਇਆ ਸੀ ਗੁਰਦੁਆਰੇ। ਤੁਸੀਂ ਲਾਸ਼ ਨੂੰ ਸਵਾਲ ਕੀਤਾ ਚੋਰੀ ਕਰਨ ਆਇਆ ਸੀ, ਉਹਨੇ ਜਵਾਬ ਦਿੱਤਾ ਤੁਹਾਨੂੰ ਉਹ ਚੋਰੀ ਕਰਨ ਆਇਆ ਸੀ। ਜਦੋਂ ਤੁਹਾਡੇ ਮਾਰ ਕੇ ਮੂਹਰੇ ਰੱਖਤਾ ਉਹ ਕਹਿੰਦੇ ਚੋਰੀ ਕਰਨ ਆਇਆ ਸੀ, ਪਹਿਲੇ ਮਾਰਤਾ। ਇਹ ਘਟੀਆ ਗੱਲਾਂ ਜਿਹੜੀਆਂ ਇਹ ਲੋਕਾਂ ਨੂੰ ਉਧਰ ਤੋੜ ਰਹੀਆਂ। ਕਾਨੂੰਨ ਹੱਥ 'ਚ ਲੈਣ ਵਾਲੇ ਕਹਿੰਦੇ ਨਾ ਕਾਨੂੰਨ ਦੇ ਹੱਥ ਲੰਬੇ ਆ, ਪਰ ਸਾਨੂੰ 6 ਸਾਲਾਂ ਤੋਂ ਕਾਨੂੰਨ ਦੇ ਹੱਥ ਦਿਸੇ ਹੀ ਨਹੀਂ, ਨਿਕਲੇ ਨਹੀਂ ਦਿਸੇ, ਲੰਬੇ ਦਾ ਦੂਰ ਦੀ ਗੱਲ ਹੈ। ਇੱਕ ਨਵਜੋਤ ਸਿੰਘ ਜੀ, ਜੇ ਤੁਸੀਂ ਜਾਣੇ ਨਾ ਸਾਡੇ ਹੱਥ ਵਸ ਕੁਛ ਨਹੀਂ ਜੀ। ਨਹੀਂ ਮੇਰੇ ਹੱਥ ਵਸ ਜੇ ਦੇਖੋ, ਜੇ ਹੱਥ ਵਸੀ ਕੁਝ ਨਾ ਹੁੰਦਾ ਤੇ ਵਾਜਾ ਚੱਕਦੇ। ਜੋ ਜਿੰਨਾ ਅਖਤਿਆਰ ਦਿੱਤਾ ਹੈ ਉਹਨਾਂ ਅਖਤਿਆਰ ਵਰਤਿਆ, ਜਿੰਨਾ ਅਖਤਿਆਰ ਜਿੰਨੀ ਤਾਕਤ ਦਿੱਤੀ ਉਹ ਉਦੋਂ ਵੱਧ ਵਰਤਿਆ। ਆਪਦੇ ਉਹਦੇ ਦਾਅ ਤੇ ਲਾ ਕੇ ਵਰਤਿਆ, ਭੁਗਾ ਮਾਰ ਕੇ ਵਰਤਿਆ। ਠੀਕ ਹੈ ਕਿ ਨਹੀਂ? ਉਹ ਔਰ ਮਤਲਬ ਆਪਣੀ ਸੀਮਾ ਤੋਂ ਬਾਹਰ ਜਾ ਕੇ ਵਰਤਿਆ। ਲੇਕਿਨ ਮੇਰੇ ਕੋਲ ਤੇ ਐਡਮਿਨਿਸਟ੍ਰੇਟਿਵ ਪਾਵਰ ਹੈ ਨਹੀਂ। ਮੈਂ ਤੇ ਇੱਕ ਪਾਰਟੀ ਦਾ ਪ੍ਰਧਾਨ ਆ, ਜਨਰਲ ਸੈਕਟਰੀ ਲਾ ਸਕਦਾ, ਸੰਗਠਨ ਬਣਾ ਸਕਦਾ। ਲੇਕਿਨ ਇਹ ਜਿਹੜੀਆਂ ਚੀਜ਼ਾਂ ਨੇ, ਇਹਦਾ ਮੈਂ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਸਕਦਾ। ਲੋਕਾਂ ਦਾ ਜਿਹੜਾ ਵਲਵਲਾ ਹੈ, ਉਹਨਾਂ ਦੀ ਆਤਮਾ ਦੀ ਆਵਾਜ਼, ਕਿਉਂਕਿ ਇਹ ਆਤਮਾ ਤੇ ਆਘਾਤ ਹੈ, ਉਹਨੂੰ ਬੁਲੰਦ ਕਰ ਸਕਦਾ। ਮੈਂ ਕਰ ਰਿਹਾ ਔਰ ਕਰਦਾ ਰਹੂੰਗਾ ਔਰ ਅਖੀਰ ਤੱਕ ਮੈਂ ਗੁਰੂ ਦਾ ਕੂਕਰ ਹੋ ਕੇ ਹੀ ਰਹੂੰ, ਅਸੀਂ ਵੀ ਕਿਉਂਕਿ ਮੇਰੀ ਵਫਾ ਉਹਦੇ ਨਾਲ। ਅਸੀਂ ਵੀ ਆਵਾਜ਼ਾਂ ਬੁਲੰਦ ਕਰੀ ਜਾਂਦੇ। ਦੇਖੋ ਨਵਜੋਤ ਸਿੰਘ ਜੀ, ਤੁਸੀਂ ਤੁਹਾਡੇ ਐਮਐਲਏ ਕਰਕੇ ਤੇ ਇਹ ਇਸ ਟਾਈਮ ਜਿਹੜਾ ਚੰਨੀ ਮੁੱਖ ਮੰਤਰੀ ਆ, ਤੁਹਾਡੇ ਹੱਥ ਸਾਰਾ ਕੁਝ ਆ। ਚੰਨੀ ਅੱਜ ਤੁਸੀਂ ਪਾਸੇ ਕਰ ਸਕਦੇ ਹੋ। ਨਹੀਂ ਉਹ ਰਾਹੁਲ ਜੀ ਨੇ ਕੀਤਾ ਹੈ, ਉਹਨੂੰ ਮੁੱਖ ਮੰਤਰੀ ਨਹੀਂ, ਉਹਨਾਂ ਨੇ ਪ੍ਰਧਾਨ ਕੀਤਾ। ਮੀਨ ਮੁੱਖ ਮੰਤਰੀ ਤੇ ਤੁਸੀਂ ਮੁੱਖ ਜੇ ਪ੍ਰਧਾਨ ਜੇ। ਪ੍ਰਧਾਨ ਤਾਂ ਪ੍ਰਧਾਨ ਤੋਂ ਬਾਅਦ ਮੁੱਖ ਮੰਤਰੀ ਮੈਂ ਤੇ ਪਹਿਲੇ ਦਿਨ ਰਾਹੁਲ ਜੀ ਨੇ ਮੁੱਖ ਮੰਤਰੀ ਉਹਨਾਂ ਨੂੰ ਲਾਇਆ ਤੇ ਉਹ ਰਾਹੁਲ ਜੀ ਦੇ ਮਨ ਦੇ ਵਿੱਚ ਸੀਗੀ, ਆਪਣਾ ਬਲਬਲਾ ਸੀਗਾ ਜੀ। ਰਾਹੁਲ ਸਾਹਿਬ ਇੱਥੇ ਆਏ ਪੂਰਾ ਬਲਬਲਾ ਸੀ, ਅੱਛਾ। ਅੱਜ ਵੀ ਹੈ, ਰਾਹੁਲ ਵੀ ਰਹੂ। ਚੰਨੀ ਸਾਹਿਬ ਨੂੰ ਰਾਹੁਲ ਜੀ ਨੇ ਲਾਇਆ ਜੀ, ਮੁੱਖ ਮੰਤਰੀ ਲਾਇਆ ਉਹਨਾਂ ਨੇ। ਮੁੱਖ ਮੰਤਰੀ ਰਾਹੁਲ ਜੀ ਨੇ ਲਾਇਆ ਚੰਨੀ ਸਾਹਿਬ ਨੂੰ ਜੀ, ਤੇ ਉਹ ਫਿਰ ਬੇਅਦਬੀ ਦਾ ਇਨਸਾਫ ਵੀ ਦਿਓ। ਰਾਹੁਲ ਸਾਹਿਬ ਕਹਿਣ ਨੂੰ ਚੰਨੀ ਸਾਹਿਬ ਨੂੰ ਵੀ ਇਨਸਾਫ ਦਿਓ ਜੀ। ਹਮੇਸ਼ਾ ਹੀ ਕਹਿੰਦੇ ਆ, ਮੈਨੂੰ ਵੀ ਕਹਿੰਦੇ ਆ ਕਿ ਨਹੀਂ, ਹੁਣ ਚੰਨੀ ਸਾਹਿਬ ਫਿਰ ਇਨਸਾਫ ਦਿਓ ਜੀ। ਦੇਖੋ, ਆਪਾਂ ਸਾਰੇ ਇੱਕੋ ਹੀ ਲੜਾਈ ਲੜ ਰਹੇ ਹਾਂ, ਸਮਝਿਆ ਨਹੀਂ? ਤੇ ਜਿਹੜੇ ਰਲ ਮਿਲ ਕੇ ਇਸ ਲੜਾਈ ਨੂੰ ਡਿਫਿਊਜ਼ ਕਰ ਰਹੇ ਆ ਉਹ ਕਿਤੇ ਬਚੇ ਆ? ਜੋ ਇਹਨਾਂ ਨੇ ਕਿਹਾ, ਜੋ ਮੈਂ ਕਿਹਾ, ਜੋ ਭਾਈ ਇਸ ਪਾਕ ਪਵਿੱਤਰ ਗੁਰੂ ਜਿਨੇ ਸਾਨੂੰ ਪੀੜ੍ਹੀ ਦਰ ਪੀੜ੍ਹੀ ਸੇਧ ਦੇਣੀ ਹੈ, ਜੇ ਇਹਦੇ ਤੇ ਸਿਆਸਤ ਹੋਊ। ਮੈਂ ਕਰਤਾਰਪੁਰ ਗਿਆ ਸੀ, ਕੋਈ ਸਿਆਸਤ ਕੀਤੀ? ਇਹ 3-4 ਜਿੰਨੇ ਵੀ ਆ ਨਾ, ਸਫਾਇਆ ਹੋਣਾ ਸਾਰਿਆਂ ਦਾ। ਔਰ ਫਿਰ ਇੱਕ ਦਿਨ ਪੰਜਾਬ ਨੇ ਸਾਫ਼ ਹੋ ਕੇ ਉੱਪਰਨਾ। ਇਹ ਗੁਰੂ ਦੀ ਮਰਜ਼ੀ ਹੈ, ਮੇਰੀ ਗੱਲ ਯਾਦ ਰੱਖਣਾ। ਐਤਕੀ ਇਹ ਪਵਿੱਤਰ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਆਪਣਾ ਵਾਰਿਸ ਆਪ ਚੁਣੇਗੀ, ਗੁਰੂ ਚੁਣਵਾਏਗਾ। ਇੱਕ ਆਪਾਂ ਸਾਰਿਆਂ ਨੂੰ ਪਤਾ ਵੀ ਬੇਅਦਬੀ ਜਿਹੜੀ ਕਰਾਈ ਆ ਸਰਸੇ ਵਾਲੇ ਨੇ ਕਰਾਈ ਆ।
ਅੱਜ ਵੀ ਤੁਹਾਡੀ ਪਾਰਟੀ ਦੇ ਨੁਮਾਇੰਦੇ ਐਮਐਲਏ ਬਣੇ ਹੋਏ ਆ, ਕੁਝ ਕੁ ਬਣਨ ਦੀ ਇੱਛਾ ਰੱਖਦੇ ਆ, ਅੱਜ ਵੀ ਉਹਦੇ ਡੇਰੇ ਤੇ ਜਾ ਕੇ ਵੋਟਾਂ ਮੰਗਦੇ ਆ। ਜਾਂ ਤੁਹਾਨੂੰ ਦੋਸ਼ੀਆਂ ਦੀ ਕਤਾਰ 'ਚ ਖੜਾ ਦੇਖੋ ਵੀ ਦੋਸ਼ੀਆਂ ਦੀ ਕਤਾਰ 'ਚ ਹੈ ਤੇ ਦੋਸ਼ੀ ਹੈ, ਤੇ ਫਿਰ ਵੋਟਾਂ ਮੰਗਣਾ ਉਹ ਰਾਜਨੀਤੀ ਨਹੀਂ ਤਾਂ ਹੋਰ ਕੀ ਹੈ ਜੀ। ਸਾਡੇ ਲਈ ਤਾਂ ਪੂਰਾ ਦਾਗੀ ਆ ਉਹ, ਭਾਵੇਂ ਪੂਰੇ ਪੰਜਾਬ 'ਚ ਕਿਉਂ ਨਾ ਹੋਵੇ, ਪੂਰੇ ਦੇਸ਼ 'ਚ ਕਿਉਂ ਨਾ ਹੋਵੇ, ਉਹਦਾ ਡੇਰੇ ਦਾ ਪੈਰੋਕਾਰ ਜਾਂ ਡੇਰਾ ਸਾਡੇ ਲਈ ਤਾਂ ਦਾਗੀ ਹੈ ਨਾ, ਸਾਡੇ ਲਈ ਤਾਂ ਦੋਸ਼ੀ ਹੈ। ਤੇ ਕਾਂਗਰਸ ਸਰਕਾਰ ਇਸ ਤੇ ਕਿਉਂ ਨਹੀਂ ਕਹਿੰਦੀ ਗਈ ਵੀ ਤੂੰ ਭਾਈ ਉਹਨਾਂ ਦੇ ਡੇਰੇ ਗਿਆ ਹੀ ਕਿਉਂ? ਮੀਟਿੰਗ ਰੱਖਣੀ ਆ, ਉਹ ਡੇਰੇ ਤੋਂ ਬਾਹਰ ਵੀ ਰੱਖੀ ਜਾ ਸਕਦੀ ਆ, ਗੱਲਬਾਤ ਵੋਟਾਂ ਮੰਗਣੀਆਂ, ਧਰਮਸ਼ਾਲਾ ਬਣੀਆਂ, ਕੋਈ ਹੋਰ ਬਣੇ, ਉੱਥੇ ਜਾ ਕੇ ਮੰਗ ਲਓ। ਜ਼ਰੂਰੀ ਉਹਦਾ ਡੇਰਾ ਚਾਹੁੰਦਾ? ਬੇਟਾ ਜੋ ਕਿਹਾ ਇਹ ਆਵਾਜ਼ ਪੂਰੀ ਦੁਨੀਆ 'ਚ ਬੁਲੰਦ ਕਰ ਦਿਓ ਬੁਲੰਦ। ਇਹ ਸੱਚ ਦੀ ਆਵਾਜ਼ ਆ। ਇਹ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਦਾ ਜੈਕਾਰ। ਵਾਹਿਗੁਰੂ ਬਸ ਜੈ ਜੈਕਾਰ ਧਰਮ ਦੀ ਹੈ। ਯਥਾ ਧਰਮਾ ਤਥਾ ਵਿਜੈ। ਜਿੱਥੇ ਧਰਮ ਹੋਊ ਜਿੱਤ ਉੱਥੇ ਹੀ ਹੋਊ, ਉੱਥੋਂ ਪਰੇ ਜਾ ਨਹੀਂ ਸਕਦੀ ਜਿੱਤ। ਇਸ ਕਰਕੇ ਇਹਦਾ ਪੂਰਾ ਹੰਗਾਰਾ ਭਰ ਦਿਓ, ਇਹਨੂੰ ਪੂਰੀ ਦੁਨੀਆ ਦੇ ਵਿੱਚ ਇਸ ਆਵਾਜ਼ ਨੂੰ ਬੁਲੰਦ ਕਰ ਦਿਓ। ਕੋਈ ਸਿੱਖਾਂ ਜਾ ਕੇ ਬੈਠਣ ਵਾਲੇ ਵੀ ਤਾਂ ਹੀ ਹੋਏ ਆ ਗੱਲ ਕਰਨ ਜੋਗਰੇ ਵੀ ਤਾਂ ਹੀ ਆ। ਨਹੀਂ ਹੁਣ ਇਹਨਾਂ ਤੋਂ ਸਵਾਲ ਪੁੱਛੇ ਜਾਣੇ ਜੀ, ਪੁੱਛਣਗੇ ਲੋਕ, ਪੁੱਛਣਗੇ ਅਦਾਲਤ। ਲੋਕ ਅਦਾਲਤ ਦਾ ਮਤਲਬ ਲੋਕਾਂ ਨੇ ਪੁੱਛਣੇ ਆ। ਹੁਣ ਜਿਹੜੇ ਇਹਨਾਂ ਨੇ ਕੀਤੀਆਂ ਵਾਅਦੇ ਕੀਤੇ ਉਹ ਸਾਰਿਆਂ ਨੂੰ ਪੁੱਛੇ ਜਾਣਗੇ ਜੀ। ਵਾਹਿਗੁਰੂ ਸਾਫ਼ ਦੀਆਂ ਮੰਗਾਂ ਸਿੱਧੀਆਂ, ਪੁੱਛਾਂਗੇ ਅਸੀਂ ਸਾਰਾ ਕੁਝ ਪਤਾ ਦੋਸ਼ੀ ਕੌਣ, ਕਰਾਉਣ ਵਾਲੇ ਕੌਣ, ਪੁੱਛਣਗੇ ਹੁਣ ਤਾਂ। ਹਾਂਜੀ ਉਹ ਵੈਟਨਸ ਜੀ ਕਹਿ ਫਿਰ ਅੱਖ ਚੱਕ ਪਾ ਕੇ ਵੀ ਤੇਰੀ ਕੀ ਫਰਿਆਦ ਹੈ, ਕਿਉਂਕਿ ਅਸਲੀ ਹੱਕਦਾਰ ਤੂੰ ਹੈ ਨਿਆਂ ਦਾ। ਅਸੀਂ ਤਾਂ 6 ਸਾਲ ਦੇ ਕਹੀ ਜਾਂਦੇ ਆ, ਜਦੋਂ ਐਨ ਕਟਹਿਰੇ ਚੋਂ ਬਾਹਰ ਆ ਕੇ ਅਗਲੇ ਕਹਿ ਦਿੰਦੇ ਆ ਨਾ ਵੀ ਉੱਥੇ ਧਰਨਾ ਕਾਰਕਾਂ ਨੇ ਹਮਲਾ ਕੀਤਾ ਤੇ ਕਾਨੂੰਨ ਉੱਤੇ ਠੱਪਾ ਲਾ ਕੇ ਦਿੰਦਾ ਵੀ ਹਾਂ ਤੁਹਾਨੂੰ ਆ ਬੇਲ ਮਿਲ ਗਈ ਆ 2022 ਦੀਆਂ ਚੋਣਾਂ ਤੱਕ ਪੱਕੀ, ਤਾਂ ਉਦੋਂ ਫਿਰ ਇਹ ਕਾਨੂੰਨ ਦੇ ਵਿਸ਼ਵਾਸ ਦੀ ਨੇ ਆ ਤਾਂ ਲੈ ਕੇ ਲਾਇਆ ਜੀ। ਆ ਜਸਟਿਸ ਫॉर ਸੇਲ ਹੈ, ਇਹਨੂੰ ਖਰੀਦਣ ਵਾਲਾ ਚਾਹੀਦਾ, ਇਹਦਾ ਮੁੱਲ ਪਾਉਣ ਵਾਲਾ ਚਾਹੀਦਾ। ਉਹ ਪੈਂਦਾ ਤੇ ਉਹ ਅਗਲਾ ਵੇਚਦੇ ਆ। ਬਾਕੀ ਜਿਹੜੇ ਸਸਪੈਂਡ ਹੋਏ ਸੀਗੇ ਜੀ ਅਫਸਰ ਇੱਥੇ ਬਹਿਵਲ ਦੇ ਸਾਰੇ ਵਿੱਚ ਬਹਾਲ ਹੋ ਗਏ ਜੀ ਦੁਬਾਰਾ। ਬਹਿਵਲ ਦੇ ਵਿੱਚ ਬਿਕਰਮਜੀਤ ਐਸਪੀ ਸਸਪੈਂਡ ਸੀਗਾ, ਹਾਂਜੀ ਹਾਂ ਨਾਮਜ਼ਦ ਸੀਗਾ। 10 ਤਰੀਕ ਦਸੰਬਰ ਦੀ ਕੋਰਟ ਨੇ ਪਾਈ ਸੀ, ਜਿਹਦੇ 'ਚ ਫੈਸਲਾ ਹੋਣਾ ਸੀ। ਉਦੋਂ ਪਹਿਲਾਂ ਬਹਾਲ ਅੱਜ ਨੌਕਰੀ ਤੇ ਆ। ਕੀ ਭਗਵੰਤ ਮਾਨ ਦੀ ਅਜਿਹੀ ਬੋਲਬਾਣੀ ਸਹੀ ਹੈ? ਪ੍ਰਕਾਸ਼ ਸਿੰਘ ਬਾਦਲ ਬਾਰੇ ਆ ਕੀ ਬੋਲ ਗਏ ਭਗਵੰਤ ਮਾਨ। 94 ਸਾਲ ਦੇ ਹੋ ਗਏ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਬਜ਼ੁਰਗ ਨੇ ਸਾਡੇ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਰੱਬ ਉਹਨਾਂ ਨੂੰ ਲੰਬੀ ਉਮਰ ਬਖਸ਼ੇ। 94 ਸਾਲ ਦੇ ਹੋ ਗਏ। 4 ਜਾਣੇ ਇਧਰੋਂ ਫੜਦੇ ਐ, 4 ਇਧਰੋਂ ਫੜਦੇ ਐ, ਸਟੇਜ ਤੇ ਲਿਆ ਕੇ ਧਰ ਦਿੰਦੇ ਐ। ਜਾਣ ਸਰ ਕਹਿੰਦੇ ਐ ਇੱਕ ਮੌਕਾ ਹੋਰ ਦਿਓ, ਸੇਵਾ ਕਰਾਂਗੇ। ਉਹ ਮੈਂ ਕਿਹਾ ਬਾਬਾ ਤੇਰਾ ਸੇਵਾ ਕਰਾਉਣ ਦਾ ਟਾਈਮ ਹੈ ਹੁਣ, ਬਸ ਕਰ, ਕੁਝ ਨਵੇਂ ਮੁੰਡਿਆਂ ਨੂੰ ਕਰ ਲੈਣ ਦੇ। ਤੇਰੇ ਹਾਣ ਦੇ ਦਰਖਤ ਵੀ ਸੁੱਕ ਗਏ ਪੰਜਾਬ ਚੋਂ। ਹਰੇਕ ਮਹਿਕਮੇ 'ਚ ਰਿਟਾਇਰਮੈਂਟ ਦੀ ਇੱਕ ਉਮਰ ਹੈ। ਸੈਂਟਰ ਸਰਕਾਰ ਦੇ ਮੁਲਾਜ਼ਮ 60 ਸਾਲ ਤੇ ਹੋ ਜਾਂਦੇ ਨੇ, ਪੰਜਾਬ ਵਾਲੇ 58 ਸਾਲ ਤੇ ਰਿਟਾਇਰ ਹੋ ਜਾਂਦੇ ਨੇ। ਯਾਰ ਕਦੇ ਲੀਡਰ ਰਿਟਾਇਰ ਹੀ ਨਹੀਂ ਹੁੰਦੇ ਯਾਰ। ਕੋਈ ਹੈ ਉਮਰ? 94 ਸਾਲ ਦੇ ਹੋ ਗਏ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਬਜ਼ੁਰਗ ਨੇ ਸਾਡੇ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਰੱਬ ਉਹਨਾਂ ਨੂੰ ਲੰਬੀ ਉਮਰ ਬਖਸ਼ੇ। 94 ਸਾਲ ਦੇ ਹੋ ਗਏ। 4 ਜਾਣੇ ਇਧਰੋਂ ਫੜਦੇ ਐ, 4 ਇਧਰੋਂ ਫੜਦੇ ਐ, ਸਟੇਜ ਤੇ ਲਿਆ ਕੇ ਧਰ ਦਿੰਦੇ ਐ। ਜਾਣ ਸਰ ਕਹਿੰਦੇ ਐ ਇੱਕ ਮੌਕਾ ਹੋਰ ਦਿਓ, ਸੇਵਾ ਕਰਾਂਗੇ। ਉਹ ਮੈਂ ਕਿਹਾ ਬਾਬਾ ਤੇਰਾ ਸੇਵਾ ਕਰਾਉਣ ਦਾ ਟਾਈਮ ਹੈ ਹੁਣ, ਬਸ ਕਰ, ਕੁਝ ਨਵੇਂ ਮੁੰਡਿਆਂ ਨੂੰ ਕਰ ਲੈਣ ਦੇ। ਤੇਰੇ ਹਾਣ ਦੇ ਦਰਖਤ ਵੀ ਸੁੱਕ ਗਏ ਪੰਜਾਬ ਚੋਂ। ਉਹ ਕੋਈ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦੇ, ਨਹੀਂ ਹਟਦੇ। ਪਿੱਪਲ ਦੇ ਪੱਤਿਆਂ ਵੇ ਕਾਦੀ ਖੜ 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 ਲਾਈ ਐ, ਪੱਤ ਚੜ ਗਏ ਪੁਰਾਣੇ ਬਾਦਲ ਸਾਹਿਬ, ਰੁੱਤ ਨਵਿਆਂ ਦੀ ਆਈ ਹੈ। ਸੋ ਵੀਰੋ, ਸਿਆਣੇ ਕਹਿੰਦੇ ਆ ਢਿੱਡ ਦਾ ਭੁੱਖਾ ਰੱਜ ਜਾਂਦਾ, ਨੀਤ ਦਾ ਭੁੱਖਾ ਨਹੀਂ ਰੱਜਦਾ। ਹਰੇਕ ਮਹਿਕਮੇ 'ਚ ਰਿਟਾਇਰਮੈਂਟ ਦੀ ਇੱਕ ਉਮਰ ਹੈ। ਸੈਂਟਰ ਸਰਕਾਰ ਦੇ ਮੁਲਾਜ਼ਮ 60 ਸਾਲ ਤੇ ਹੋ ਜਾਂਦੇ ਨੇ, ਪੰਜਾਬ ਵਾਲੇ 58 ਸਾਲ ਤੇ ਰਿਟਾਇਰ ਹੋ ਜਾਂਦੇ ਨੇ। ਯਾਰ ਕਦੇ ਲੀਡਰ ਰਿਟਾਇਰ ਹੀ ਨਹੀਂ ਹੁੰਦੇ ਯਾਰ। ਕੋਈ ਹੈ ਉਮਰ? 94 ਸਾਲ ਦੇ ਹੋ ਗਏ ਪ੍ਰਕਾਸ਼ ਸਿੰਘ ਬਾਦਲ ਸਾਹਿਬ, ਬਜ਼ੁਰਗ ਨੇ ਸਾਡੇ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਰੱਬ ਉਹਨਾਂ ਨੂੰ ਲੰਬੀ ਉਮਰ ਬਖਸ਼ੇ। 94 ਸਾਲ ਦੇ ਹੋ ਗਏ। 4 ਜਾਣੇ ਇਧਰੋਂ ਫੜਦੇ ਐ, 4 ਇਧਰੋਂ ਫੜਦੇ ਐ, ਸਟੇਜ ਤੇ ਲਿਆ ਕੇ ਧਰ ਦਿੰਦੇ ਐ। ਜਾਣ ਸਰ ਕਹਿੰਦੇ ਐ
ਇੱਕ ਮੌਕਾ ਹੋਰ ਦਿਓ, ਸੇਵਾ ਕਰਾਂਗੇ। ਉਹ ਮੈਂ ਕਿਹਾ ਬਾਬਾ ਤੇਰਾ ਸੇਵਾ ਕਰਾਉਣ ਦਾ ਟਾਈਮ ਹੈ ਹੁਣ, ਬਸ ਕਰ, ਕੁਛ ਨਵੇਂ ਮੁੰਡਿਆਂ ਨੂੰ ਕਰ ਲੈਣ ਦੇ। ਤੇਰੇ ਹਾਣ ਦੇ ਦਰਖਤ ਵੀ ਸੁੱਕ ਗਏ ਪੰਜਾਬ ਚੋਂ, ਉਹ ਕੋਈ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦੇ, ਨਹੀਂ ਹਟਦੇ। ਪਿੱਪਲ ਦੇ ਪੱਤਿਆਂ ਵੇ ਕਾਦੀ ਖੜ 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 ਲਾਈ ਐ, ਪੱਤ ਚੜ ਗਏ ਪੁਰਾਣੇ ਬਾਦਲ ਸਾਹਿਬ, ਰੁੱਤ ਨਵਿਆਂ ਦੀ ਆਈ ਹੈ। ਸੋ ਵੀਰੋ, ਸਿਆਣੇ ਕਹਿੰਦੇ ਆ ਢਿੱਡ ਦਾ ਭੁੱਖਾ ਰੱਜ ਜਾਂਦਾ ਹੈ, ਨੀਤ ਦਾ ਭੁੱਖਾ ਨਹੀਂ ਰੱਜਦਾ। ਪੰਜਾਬ ਨੂੰ ਮਿਲਣ ਜਾ ਰਿਹਾ ਹੈ ਚੰਡੀਗੜ੍ਹ, ਸੁਣੋ केजरीवाल ने की कहा। केंद्र सरकार चंडीगढ़ को पंजाब को सौंपने जा रही है, ऐसी बड़ी स्ट्रॉन्ग अफवाह चल रही है। ऊपर आम आदमी पार्टी की सरकार होगी पंजाब में, तो सारे जने मिलके आम आदमी पार्टी की चंडीगढ़ में सरकार बनाओ। आजकल एक बड़ी तेज अफवाह चल रही है, अफवाह है, मेरे को नहीं पता सच है कि झूठ है, हो सकता है झूठ भी हो सकता है सच भी हो। बड़ी तेज अफवाह ये चल रही है कि थोड़े दिन में केंद्र सरकार चंडीगढ़ को पंजाब को सौंपने जा रही है, ऐसी बड़ी स्ट्रॉन्ग अफवाह चल रही है। अगर ऐसा होता है तो पंजाब में तो भाई देखो आम आदमी पार्टी की सरकार बनने जा रही है, तो फिर वोट चंडीगढ़ में भी आम आदमी पार्टी को ही दे देना। यहां पे बीजेपी को वोट देने से तो कोई काम आएगा नहीं। ऊपर आम आदमी पार्टी की सरकार होगी पंजाब में, तो सारे जने मिलके आम आदमी पार्टी की चंडीगढ़ में सरकार बनाओ। जैसे दिल्ली के अंदर इतना काम करा, ऐसे ही चंडीगढ़ को वापस मिलके सब लोग सिटी ब्यूटीफुल बनाएंगे, खूबसूरत शहर बनाएंगे, चंडीगढ़ के लोगों का सपना का शहर बनाएंगे। बहुत बहुत शुक्रिया। कपूरथला बेअदबी मामले च पुलिस ने कीते खुलासे, कतल दा मामला दर्ज नहीं हुई बेअदबी। ਇਸ ਕੇਸ ਨੂੰ ਕੋਲੈਬੋਰੇਟ ਕਰਾਂਗੇ ਵੀ ਕੀ ਹੈ ਕੀ ਨਹੀਂ। ਬਾਕੀ ਜਿਹੜੀਆਂ ਆਪਾਂ ਗੱਲਾਂ ਕਰਦੇ ਆ ਨਾ ਵੀ ਪੁਲਿਸ ਇਦਾਂ ਹੋ ਗਈ, ਪੁਲਿਸ ਇਦਾਂ ਹੋ ਗਈ, ਤੁਸੀਂ ਵਿਟਨੈਸ ਹੋ ਸਾਰੀ ਗੱਲ ਦੇ। ਜਿਹੜੀ ਇੱਕ ਮਿੰਟ ਵਾਲੀ ਹੈ ਜੀ, ਲਾਰਜਰ ਪਿਕਚਰ ਨੂੰ ਆਪਾਂ ਮੱਦੇਨਜ਼ਰ ਰੱਖਣਾ, ਨਾ ਕਿ ਆਪਾਂ ਛੋਟੀ ਚੀਜ਼ ਨੂੰ ਮੱਦੇਨਜ਼ਰ ਰੱਖਣਾ ਵੀ ਮੇਰੀ ਪੈਂਟ ਨੂੰ ਵੀ ਖੂਨ ਲੱਗਾ ਹੋਇਆ ਹੈ, ਮੈਂ ਤੁਹਾਨੂੰ ਦਿਖਾ ਸਕਦਾ ਇਸ ਟਾਈਮ। ਤੇ ਉਹਦੇ ਵਿੱਚ ਜੇ ਅਸੀਂ ਸਾਨੂੰ ਇਹ ਸਿਖਾਇਆ ਗਿਆ, ਦਿਸ ਇਜ਼ ਪਾਰਟ ਆਫ ਆਵਰ ਟ੍ਰੇਨਿੰਗ ਵੀ ਤੁਸੀਂ ਜੋ ਮਰਜ਼ੀ ਹੋ ਜਾਵੇ, ਬਟ ਤੁਸੀਂ ਆਪਣਾ, ਅਸੀਂ ਉੱਦਾਂ ਦਾ ਨਹੀਂ ਬਣ ਸਕਦੇ ਜਿੱਦਾਂ ਅਗਲਾ ਬੰਦਾ ਬਿਹੇਵ ਕਰ ਰਿਹਾ। ਅਸੀਂ ਆਪਣੇ ਕਾਨੂੰਨ ਨੂੰ ਦੇਖਣਾ, ਅਸੀਂ ਲਾਅ ਐਂਡ ਆਰਡਰ ਨੂੰ ਦੇਖਣਾ, ਅਸੀਂ ਆਪਣੇ ਸਮਾਜ ਨੂੰ ਦੇਖਣਾ, ਅਸੀਂ ਕੱਲ੍ਹ ਵਾਲੇ ਇੰਸੀਡੈਂਟ ਨੂੰ ਦੇਖਣਾ ਵੀ ਕਿੱਡੀ ਵੱਡੀ ਜਗ੍ਹਾ ਦੇ ਉੱਪਰ ਕਿਹੜੀ ਬੇਅਦਬੀ ਹੋਈ ਹੈ। ਉਸ ਤੋਂ ਬਾਅਦ ਨੈਚੁਰਲੀ ਲੋਕੀ ਜਿਹੜਾ ਸੈਂਟੀਮੈਂਟ ਸਾਈਡ ਹੋ ਜਾਂਦੇ ਆ। ਅਸੀਂ ਉਸ ਚੀਜ਼ ਨੂੰ ਦੇਖ ਕੇ ਆਈ ਸਾਹਿਬ ਤੁਹਾਨੂੰ ਦੱਸ ਰਹੇ ਆ, ਵੀ ਆਰ ਰਜਿਸਟਰਿੰਗ FIR ਦੇ ਵਿੱਚ ਯੂ ਕੈਨ ਰਜਿਸਟਰ ਐਨੀਥਿੰਗ। ਦੋ ਹੁਣ ਇੱਕ ਹੋਵੇ FIR, ਤੁਸੀਂ ਇੱਕ FIR ਦਰਜ ਕਰ ਲਈ, ਉਹ ਤੋਂ ਅੱਗੇ ਅੱਗੇ ਹਾਲਾਤ ਬਦਲਦੇ ਗਏ, ਹੋਰ ਨਵੇਂ ਆਉਂਦੇ ਗਏ, ਸੈਕਸ਼ਨ ਵਧੀ ਜਾਣਗੇ। ਉਸੇ ਵਿੱਚ ਸਾਰਾ ਕਨਕਲੂਡ ਕਰ ਦਿਆਂਗੇ। ਵਾਈ ਦੇयर इज ਨੀਡ ਆਫ 2 FIRs, ਅਸੀਂ ਇੱਕ 'ਚ ਖਤਮ ਕਰ ਦਿਆਂਗੇ ਸਰ। ਸਾਡੀ ਕੋਈ ਅਸੀਂ ਕਹਿ ਰਹੇ, ਤੁਸੀਂ ਕਹਿ ਰਹੇ ਸੀ ਦੋ FIR ਦੀ ਗੱਲ ਵੀ ਤੁਸੀਂ ਕਹਿ ਰਹੇ ਸੀ, ਅਸੀਂ ਕੁਝ ਨਹੀਂ ਕਹਿ ਰਹੇ। ਜਾਨ ਸਾਡੀ this statement is recorded statement and your good self has already told that SHO on the behalf of the SHO we have registered the FIR numbers because ਜਿਹੜਾ ਅਸੀਂ ਇਵੈਂਟ ਦੂਸਰਾ ਹੋਇਆ ਆ, ਠੀਕ ਹੈ, that is happened in the presence of the SHO. That FIR will only be registered once we have verified what was the event. It can be in this FIR, it can be part, or we will register the second FIR. Okay, for the time being we have registered one FIR. We have ਅੰਡਰ registered one ਸੈਕਸ਼ਨ FIR. 295 FIR ਨੰਬਰ 305। ਅਸੀਂ 2 FIRs ਕੀਤੀਆਂ ਨੇ, ਇੱਕ 305 ਨੰਬਰ। ਜ਼ਿੰਮੇਵਾਰੀ ਫਿਕਸ ਕਿੰਨੀ ਬਣਦੀ ਹੈ ਸਰ, ਕਿ ਜਿਹਨਾਂ ਸਵੇਰੇ ਦੱਸਿਆ ਨਹੀਂ, ਇਨਫੋਰਮ ਨਹੀਂ ਕੀਤਾ, ਜਾਂ ਚੌਂਕੀ ਤੋਂ ਜਿਹੜੀ ਪੁਲਿਸ ਗਈ ਨਹੀਂ, ਜਾਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇਸ ਸਾਰੇ ਇੰਸੀਡੈਂਟ ਨੂੰ ਅੰਜਾਮ ਦਿੱਤਾ ਹੈਗਾ। ਸੁਕੇਤ ਜੀ, ਹੁਣ ਤੁਸੀਂ ਉਹ ਇੱਕ ਲਾਰਜਰ ਇੰਟਰਸਟ ਜਿਹੜਾ ਹੈਗਾ ਇਨਵੈਸਟੀਗੇਸ਼ਨ ਕਰਨ ਦਿਓ ਪਲੀਜ਼। ਸਾਰੀਆਂ ਪਲੀਜ਼ ਕੈਰੀ ਔਨ ਦ ਇਨਵੈਸਟੀਗੇਸ਼ਨ। 306 ਜਿਹੜੀ ਹੈ ਭਾਈ ਦੁਬਾਰਾ ਰਿਪੀਟ ਕਰਦੇ ਹਾਂ ਜੀ, ਜਿਹੜੀ FIR ਨੰਬਰ 305 ਹੈ,
ਉਹ ਹੈਗੀ ਹੈ ਜਿਹੜੀ ਇਹਨੇ ਸਟੇਟਮੈਂਟ ਅਮਰਜੀਤ ਜਿਹੜੇ ਗੁਰਦੁਆਰਾ ਸਾਹਿਬ ਆ ਉੱਥੇ ਨਿਜ਼ਾਮਪੁਰ ਮੋੜ ਤੇ, ਉਹ ਪਿੰਡ ਜਿਹੜਾ ਰਕਬਾ ਆ ਉਹ ਬਾਦਸ਼ਾਹਪੁਰ ਪਿੰਡ 'ਚ ਪੈਂਦਾ। ਬਾਦਸ਼ਾਹਪੁਰ ਪਿੰਡ ਜਿਹੜਾ ਆ ਉਹ ਕੋਤਵਾਲੀ ਪੁਲਿਸ ਸਟੇਸ਼ਨ ਦੀ ਹੱਦ ਦੇ ਅੰਦਰ ਹੈ। 305 ਨੰਬਰ FIR ਜਿਹੜੀ ਹੈਗੀ ਆ ਉਹ ਹੈਗੀ ਆ ਵੀ ਜਿਹੜੀ ਬੇਅਦਬੀ ਇਹਦੇ ਕਹੀ ਅਮਰਜੀਤ ਸਿੰਘ ਨੇ ਹੋਈ ਹੈ, ਜਿਹੜਾ ਉੱਥੇ ਇਹਦੇ ਨਿਜ਼ਾਮਪੁਰ ਮੋੜ ਵਾਲਾ ਜਿਹੜਾ ਇਹ ਆਪਣਾ ਡੇਰਾ ਚਲਾ ਰਿਹਾ ਸੀ, ਉਹਨੇ ਆਪਣੀ ਸਟੇਟਮੈਂਟ ਦਿੱਤੀ ਹੈਗੀ ਆ ਵੀ ਉਹਦੇ ਵਿੱਚ ਬੰਦਾ ਜਿਹੜਾ ਚੋਰੀ ਦੀ ਨੀਤ ਨਾਲ ਆਇਆ ਸੀਗਾ, ਬਟ ਉਹਨੇ ਥੱਲੇ ਨਿਸ਼ਾਨ ਸਾਹਿਬ ਦਾ ਕੱਪੜਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤੇ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ। ਇੱਕ FIR 305 ਨੰਬਰ ਉਹਦੀ ਸਟੇਟਮੈਂਟ ਤੇ ਦਿੱਤੀ ਗਈ ਹੈ। ਜਿਹੜੀ ਨੈਕਸਟ FIR ਹੈਗੀ ਆ 306 ਨੰਬਰ ਹੈਗੀ, ਉਹ ਅਸੀਂ ਮਰਡਰ ਦੇ ਵਿੱਚ ਰਜਿਸਟਰ ਕੀਤੀ ਹੈ। ਪੁਲਿਸ ਜਿਹੜੀ ਹੈਗੀ ਆ ਉਹਨਾਂ ਨੂੰ ਡਿਊਟੀ ਕਰਨ ਤੋਂ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ ਉਹਦੇ ਵਿੱਚ ਰਜਿਸਟਰ ਕੀਤੀ ਆ। ਅਟੈਂਪਟ ਟੂ ਮਰਡਰ ਦੇ ਵਿੱਚ ਜਿਹੜੇ ਸਾਡੇ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਹੈਗੀਆਂ ਅਸੀਂ ਉਹਦੇ ਵਿੱਚ ਦਰਜ ਕੀਤੀ ਹੈਗੀ ਆ। ਉਹਦੇ ਲਈ ਮੈਂ ਤੁਹਾਨੂੰ ਜਿੱਦਾਂ ਹੁਣੀ ਕਹਿ ਰਿਹਾ ਸੀ ਕਿ ਅਸੀਂ ਵੀ ਆਰ ਪ੍ਰੂਵਿੰਗ ਡਿਫਰੈਂਟ ਐਂਗਲਸ, ਅਸੀਂ ਸਾਰਾ ਸੋਸ਼ਲ ਮੀਡੀਆ ਹੈਂਡਲ ਕਰ ਰਹੇ ਹੈਗੇ ਆ, ਕਿਉਂਕਿ ਇਹ ਕੰਮ ਹੀ ਸਾਰਾ ਇਹਨਾਂ ਨੇ ਸੋਸ਼ਲ ਮੀਡੀਆ ਦੇ ਥਰੂ ਕੀਤਾ ਹੈਗਾ। ਉਸੇ ਤੋਂ ਹੀ ਇਨਸਟੀਗੇਟ ਹੋਏ ਸਾਰੇ ਲੋਕੀ। ਕੱਲ੍ਹ ਦੀ ਮੈਂ ਆਲਰੇਡੀ ਦੱਸ ਰਿਹਾ, ਬੜੀ ਮੰਦਭਾਗੀ ਘਟਨਾ ਦਰਬਾਰ ਸਾਹਿਬ 'ਚ ਹੋਈ ਸੀ ਆਲਰੇਡੀ। ਉਹ ਗੱਲ ਲੋਕਾਂ ਦੇ ਜ਼ਿਹਨ 'ਚ ਸੀਗੀ, ਜਿਹਦੇ ਕਰਕੇ ਲੋਕਾਂ ਦਾ ਜਿਹੜਾ ਇਮੋਸ਼ਨਲ ਸੈਂਟੀਮੈਂਟਸ ਬਹੁਤ ਜ਼ਿਆਦਾ ਉਹ ਅਪ ਸੀਗੇ। ਇਹਨਾਂ ਨੇ ਉਹ ਲਾਈਵ ਹੋ ਕੇ ਉਹਨੂੰ ਹੋਰ ਉਹ ਜਿਹੜਾ ਸੈਂਟੀਮੈਂਟ ਆ ਉਹ ਰੇਜ਼ ਕਰਤਾ ਤੇ ਉਹ 2 FIR ਵਾਲੀਆਂ ਦਰਜ ਕੀਤੀਆਂ। ਜਿਹੜੇ ਸਰ ਤੁਸੀਂ ਕਹਿੰਦੇ ਕਿ ਕੁਝ ਮੁਲਾਜ਼ਮ ਇਨਵੈਸਟੀਗੇਟਿਵ ਪਾਰਟ ਹੈ ਨਾ, ਉਹਦੇ ਕਰਕੇ ਅਸੀਂ ਨਾਮ ਨਹੀਂ ਡਿਸਕਲੋਜ਼ ਕਰ ਸਕਦੇ, ਬਟ ਵੀ ਹੈਵ ਆਲਰੇਡੀ ਰਜਿਸਟਰਡ ਮਰਡਰ ਕੇਸ। ਜੋ ਡਿਫਰੈਂਟ ਸੈਕਸ਼ਨਸ ਬਣ ਗਈਆਂ ਸੀ, ਅਸੀਂ ਪਰਚਾ ਦਰਜ ਕਰ ਚੁੱਕੇ ਹਾਂ। ਅਸੀਂ ਸਾਰਾ ਸੋਸ਼ਲ ਮੀਡੀਆ ਐਨਾਲਾਈਜ਼ ਕਰ ਰਹੇ ਹਾਂ। ਮੈਂ ਪ੍ਰੈਸ ਨੂੰ ਵੀ ਰਿਕੁਐਸਟ ਕਰੂੰਗਾ ਵੀ ਉਹ ਵੀ ਪ੍ਰੈਸ ਵੀ ਸਾਡੇ ਨਾਲ ਸ਼ੇਅਰ ਕਰੇ। ਜੇ ਕੋਈ ਜਾਣਕਾਰੀ ਸਾਡੇ ਕੋਲ ਆਈ ਵੀ ਬਾਬਾ ਅਮਰਜੀਤ ਸਿੰਘ ਨੂੰ ਹਿਰਾਸਤ 'ਚ ਲੈ ਲਿਆ। ਬਾਬਾ ਅਮਰਜੀਤ ਸਿੰਘ ਦਾ ਅਸੀਂ ਬਿਆਨ ਲਿਖਣ ਲਈ ਲਿਆ ਉਹਨੂੰ, ਜਿਹੜਾ ਉਹਦਾ ਸੈਕਟਰੀ ਦਾ ਉਹਨੇ ਪਰਚਾ ਦਰਜ ਕਰਾਇਆ। ਬਾਕੀ ਅਸੀਂ ਜੋ ਕਰਨਾ ਕੀ ਕਰਨਾ ਅਸੀਂ ਇਸੇ ਤੁਹਾਡੇ ਨਾਲ ਇਸ ਟਾਈਮ 'ਤੇ ਸਾਂਝਾ ਨਹੀਂ ਕਰ ਸਕਦੇ। ਇਟ ਵਿਲ ਟੇਕ ਸਮ ਟਾਈਮ, ਬਟ ਵੀ ਵਿਲ ਇਨਸ਼ੋਰ ਕਿ ਜਿਹੜਾ ਕਾਨੂੰਨ ਹੈਗਾ ਉਹ ਆਪਣਾ ਕੰਮ। सर सड़क पे फिर दोबारा मॉब ਜਿਹੜੀ ਦੁਆਰਾ ਸੜਕ ਤੇ ਆ ਗਈ ਹੈ। ਪੁਲਿਸਮੈਨ ਵਰ ਇੰਜਰਡ ਵੈਦਰ देयर इज अ ब्लड इंजरी। ਤਿੰਨ ਬੰਦਿਆਂ ਦੇ ਸਾਡੇ ਇੰਜਰੀਜ਼ ਹੈ। ऑफ द रैंक ऑफ की नाम SHO ਇੱਕ SHO ਹੈ ਜੀ। ਹਾਂ, 2 ASA। ਸਰ ਇੱਕ SP ਲੈਵਲ ਦੇ ਅਧਿਕਾਰੀ ਵੀ ਉੱਥੇ ਬੈਚ ਵੀ ਉਤਰੇ ਹੈਗੇ ਆ ਔਰ ਉਹਨਾਂ ਦੀਆਂ ਚਲੋ ਖਿੱਚ ਤੂ ਹੋਈ ਹੈ ਜੀ ਬੈਚ। ਮੈਂ ਵੀ ਉੱਥੇ ਸੀਗਾ, ਮੇਰੇ ਵੀ ਪਿੱਛੇ ਆ ਤੁਹਾਨੂੰ ਮੈਂ ਨਜ਼ਰ ਆਉਂਦੀਆਂ ਹੋਣੀਆਂ ਆਪਣੇ ਗਰੋਜ਼ਿਸ ਹੈਗੀਆਂ। ਅਸੀਂ ਕੋਸ਼ਿਸ਼ ਕੀਤੀ ਆ ਬਹੁਤ ਨੈਗੋਸ਼ੀਏਟ ਜਿੱਦਾਂ ਆਈਜੀ ਸਾਹਿਬ ਨੇ ਦੱਸਿਆ ਕਿ ਕਰਨ ਦੀ, ਬਟ ਅਸੀਂ ਆਪਣੇ ਏਰੀਏ ਦਾ ਆਪਣੇ ਲੋਕਾਂ ਦਾ ਸੈਂਟੀਮੈਂਟ ਜਿਹੜਾ ਸੀਗਾ ਉਹਦੀ ਵੀ ਕਦਰ ਕੀਤੀ ਹੈ। ਵੀ ਕੱਲ੍ਹ ਜਿਹੜਾ ਇੰਨਾ ਅਨਫੋਰਚੂਨੇਟ ਇੰਸੀਡੈਂਟ ਹੋਇਆ ਉਹਦੇ ਨਾਲ ਸਾਡੇ ਦੇ ਦਿਲ ਨੂੰ ਦੁੱਖ ਲੱਗੀ ਹੈ, ਸਾਰਿਆਂ ਦੇ ਦਿਲ ਨੂੰ ਦੁੱਖ। ਸਰ ਕਿਤੇ ਨਾ ਕਿਤੇ ਇਹ ਚੌਂਕੀ ਦੇ ਜਿਹੜੇ ਔਰ ਜਿਹੜਾ ਇਹਨਾਂ ਨੇ ਲਾਈਵ ਹੋ ਕੇ ਕੰਮ ਕੀਤਾ, ਵੀ ਪਹਿਲਾਂ ਲਾਈਵ ਹੋਏ, ਇਨਵਾਈਟ ਕੀਤਾ, ਉਹ ਤੋਂ ਬਾਅਦ ਇਹ ਕੰਮ ਹੋਇਆ ਸਰ। ਉਹ ਕੰਮ ਨੂੰ ਅਸੀਂ ਸਾਰਿਆਂ ਨੂੰ ਨਜ਼ਰ 'ਚ ਰੱਖ ਕੇ ਆਪਣੀ ਚੌਂਕੀ ਦੀ ਜਿਹੜੀ ਪੁਲਿਸ ਸੀ, ਕਿਉਂਕਿ ਉਹ ਵੱਧ ਤੋਂ ਵੱਧ 50 ਫੁੱਟ ਦੂਰ ਸੀ, ਉਹਨਾਂ ਦੀ ਨੈਗਲੀਜੈਂਸੀ ਨਹੀਂ ਸਾਹਮਣੇ ਆ ਰਹੀ ਹੈ। ਚੌਂਕੀ ਵਾਲਿਆਂ ਨੂੰ ਇਹਨਾਂ ਨੇ 3.5 ਘੰਟੇ ਇਨਫੋਰਮ ਹੀ ਨਹੀਂ ਕੀਤਾ, ਕਿਸੇ ਨੇ ਦੱਸਿਆ ਵੀ ਨਹੀਂ। ਸਾਰਾ ਕੁਝ ਲਾਈਵ ਵੀ ਤੁਹਾਡੇ ਅੱਗੇ ਚੱਲਦਾ ਰਿਹਾ ਫੇਸਬੁੱਕ ਤੇ। ਬੇਅਦਬੀ ਕਿਤੇ ਹੈ ਜੀ ਪਾਰਟ ਵਿੱਚ ਹਾਲੇ ਤੱਕ ਇਹਨਾਂ ਨੇ ਜੋ ਦੱਸਿਆ, ਗੁਰਦੁਆਰਾ ਸਾਹਿਬ ਬਿਲਕੁਲ ਇੰਟੈਕਟ ਸੀਗਾ, ਜਿੱਥੇ ਮਹਾਰਾਜ ਦੇ ਸਰੂਪ ਸੀਗੇ ਉਹ ਬਿਲਕੁਲ ਜਗ੍ਹਾ ਠੀਕ ਸੀਗੀ। ਜਿਹੜੇ ਨਿਸ਼ਾਨ ਸਾਹਿਬ ਥੱਲਿਓਂ ਉੱਪਰ ਨੂੰ ਜਾਂਦੇ ਆ, ਉਹ ਬੜਾ ਪੈਰੋਕਾਰ ਉੱਪਰ ਗੁਰਦੁਆਰਾ ਸਾਹਿਬ ਹੈ, ਥੱਲੇ ਉਹਨਾਂ ਦਾ ਆਪਣਾ ਘਰ ਆ। ਥੱਲੇ ਘਰ ਦੇ ਵਿੱਚ ਉਹਦੀ ਵਾਈਫ, ਉਹਦੇ ਨਾਲ ਲੜਕੇ ਔਰ ਆਪ ਰਹਿੰਦਾ ਹੈ, ਔਰ ਉੱਪਰਲੀ ਸਾਈਡ ਤੇ ਪੌੜੀਆਂ ਚੜ੍ਹ ਕੇ ਗੁਰਦੁਆਰਾ ਸਾਹਿਬ ਹੈ। ਸੇ 2 ਚੀਜ਼ਾਂ ਅਲੱਗ ਨੇ, ਪਲੀਜ਼ ਆਇਡੈਂਟੀਫਾਈ ਕਰਨਾ ਕਿ 2 ਚੀਜ਼ਾਂ ਅਲੱਗ ਨੇ। ਗੁਰਦੁਆਰਾ ਸਾਹਿਬ ਉੱਪਰ ਹੈ ਫਸਟ ਫਲੋਰ ਤੇ, ਔਰ ਥੱਲੇ ਸਾਈਡ ਤੇ ਉਹਨਾਂ ਦਾ ਹਾਊਸ ਹੈ। ਠੀਕ ਹੈ। ਦੂਸਰੀ FIR ਜਿਹੜੀ ਦਰਜ ਕੀਤੀ ਆ ਉਹ ਅਸੀਂ ਆਪਣੇ SHO ਦੇ ਬਿਆਨ ਤੇ ਕੀਤੀ ਆ, ਕਿਉਂਕਿ SHO ਮੌਕੇ ਤੇ ਹਾਜ਼ਰ ਸੀ ਜਦੋਂ ਇਹ ਸਾਰਾ ਕੁਝ ਕੀਤਾ, ਜਿਹਦੇ ਵਿੱਚ ਉਸ ਜਿਹਨੂੰ ਐਲਰਜ ਕਰਦੇ ਨੇ ਅਨਆਇਡੈਂਟੀਫਾਈਡ ਮਾਈਗ੍ਰੈਂਟ ਬੰਦਾ ਲੱਗਦਾ ਆ, ਜੋ ਉਹਦੀ ਫਿਜ਼ੀਕਲ ਅਪੀਅਰੈਂਸ ਤੋਂ ਲੱਗਦਾ ਆ, ਹੀ ਅਪੀਅਰਸ ਟੂ ਬੀ ਅ ਮਾਈਗ੍ਰੈਂਟ ਫੈਲੋ। ਉਹਨੂੰ ਇਹਨਾਂ ਨੇ ਇਲੀਗਲੀ ਕਨਫਾਈਨ ਕੀਤਾ, ਉਹਨੂੰ ਇਹਨਾਂ ਨੇ ਕੁੱਟਿਆ, ਫਿਰ ਇੱਕ ਵੀਡੀਓ ਬਣਾਈ, ਉਸ ਵੀਡੀਓ ਨੂੰ ਇਮੋਟਿਵ ਮੈਸੇਜ ਦੇ ਕੇ ਲੋਕਾਂ ਨੂੰ ਇਕੱਠਿਆਂ ਕੀਤਾ, ਔਰ ਇਕੱਠਿਆਂ ਕਰਕੇ ਅਲਟੀਮੇਟਲੀ ਉਹਨੂੰ ਰੋਕ ਛੱਡਿਆ।
ਪੁਲਿਸ ਨੈਗੋਸ਼ੀਏਟ ਕਰਦੀ ਰਹੀ ਕਿ ਸਾਨੂੰ ਦਿੱਤਾ ਜਾਏ, ਲੇਕਿਨ ਉਹਨਾਂ ਨੇ ਜ਼ੋਰ ਜ਼ਬਰੀ ਕਰਕੇ ਇਕੱਠਾ ਹੋ ਕੇ ਸਾਡੀ ਪੁਲਿਸ ਤੇ ਵੀ ਹਮਲਾ ਕੀਤਾ, ਡਿਊਟੀ 'ਚ ਵਿਘਨ ਪਾਇਆ ਔਰ ਉਹਨੂੰ ਹਥਿਆਰ ਵਰਤ ਕੇ ਕੁੱਟਮਾਰ ਕਰਕੇ ਉਹਨੂੰ ਮਾਰਿਆ, ਹਸਪਤਾਲ ਜਾ ਕੇ ਉਹਨੂੰ ਡੈਡ ਡਿਕਲੇਅਰ ਕੀਤਾ। ਸਰ 306 ਜਿਹੜਾ ਪਰਚਾ ਹੈ ਨੇਮ ਹੈਗਾ ਜੀ, ਇਸ ਕੋ ਨੋਮੀਨੇਟ ਉਹਦੇ 'ਚ 22 ਨੇਮ ਨੋਮੀਨੇਟਡ ਨੇ ਫॉर ਕਿੰਨੇ ਦੀ 4 ਪਰਸਨ ਬਾਈ ਨੇਮ ਨੇ। ਕਿਹੜੇ ਸਰ? ਮੈਂ ਦੱਸਦਾ ਕਾਈਂਡਲੀ I think because of the sensitiveness of the issue, I would request कि 4 by name ने and then there are unidentified about 30 to 40 कितने ने भी 100 के करीब unidentified, ठीक है जी। For the sake of brevity and if for the sake of 306 नंबर FIR है वो अजे दर्ज नहीं हुई, वो तहरीर वेरीफाई कर रहे हैं। 5 वाली दर्ज 302 वाली अजे दर्ज नहीं हुई, सिर्फ 305 वाली दर्ज हुई है। 302 वाली तहरीर अजे लिख रहे हैं और वेरीफाई हो रही है क्योंकि वो बंदे पूरे आइडेंटिफाई नहीं हुए। जी 306 नंबर FIR की गल कर रहे हैं जी हुणे अंडर प्रोसेस है इन हाँ अंडर प्रोसेस है अजे ਜਿਹੜਾ ਬੰਦਾ ਹੈਗਾ ਜਿਹਨੇ ਪਰਚਾ ਦਰਜ ਕਰਾਇਆ 305 ਨੰਬਰ ਸੈਕਰੇਜ ਵਾਲਾ, ਉਸ ਬੰਦੇ ਤੋਂ ਹੀ ਇਜ਼ ਡਿਟੇਨਡ ਟੂ ਕੁਐਸਚਨ ਐਂਡ ਉਹਦੇ ਬੇਸਿਸ ਤੇ ਉਹਦੇ ਵੈਰੀਫਿਕੇਸ਼ਨ ਤੋਂ ਬਾਅਦ ਫਾਈਨਲ FIR ਦਰਜ ਹੋਈ। ਸਰ ਉਹ ਤਾਂ ਬਿਲਕੁਲ ਠੀਕ ਹੈ, ਲੇਕਿਨ ਜਿਹੜੇ ਪੁਲਿਸਮੈਨ ਦਾ ਡਿਊਟੀ ਤੋਂ ਰੋਕਿਆ ਗਿਆ ਡਿਊਟੀ ਕਰਨ ਤੇ ਜਾਂ ਜਿਹੜੀ ਹੱਥੋਂ-ਪਾਈ ਹੋਈ ਜਾਂ ਜਿਹੜਾ ਤੁਹਾਡੇ ਸਾਹਮਣੇ ਹੀ ਪੁਲਿਸ ਦੀ ਪੈਦਲ ਤੇ ਉਹਨੂੰ ਇੱਕ ਮਾਰਿਆ ਗਿਆ, ਜੇ ਅੰਦਰ ਖਿੜਕੀ ਤੋੜ ਕੇ ਅੰਦਰ ਗਏ ਉੱਥੇ ਮਾਰਿਆ, ਉਹ ਚੀਜ਼ ਤਾਂ ਹੈ। ਇਸੇ ਕਰਕੇ ਮੈਂ ਤੰਜੋ ਹੁਣੇ SHO ਨਾਲ ਗੱਲ ਹੋਈ ਹੈ, ਇਸੇ ਕਰਕੇ ਹੀ ਵਾਟ ਵੀ ਆਰ ਸੇਇੰਗ ਕਿ ਜਿਹੜੀ ਸੈਕਰੇਜ ਵਾਲੀ ਪਰਚਾ ਆ ਉਹ ਰਜਿਸਟਰ ਕਰ ਦਿੱਤਾ 295, ਜਿਹੜਾ 302 ਵਾਲਾ ਜੇ ਰਜਿਸਟਰ ਨਹੀਂ ਹੋਇਆ। ਲੇਕਿਨ ਉਹ ਅੰਡਰ ਪ੍ਰੋਸੈਸ ਹੈ, ਉਹਦੇ 'ਚ ਕੋਈ ਅਮੈਂਡਮੈਂਟ ਕੁਝ ਹੋ ਸਕਦੀ ਹੈ। ਜਦੋਂ ਰਜਿਸਟਰ ਹੋ ਜਾਏਗਾ, ਅਮੈਂਡਮੈਂਟ ਹੋਏਗੀ, ਉਹ ਹੋਏਗਾ ਫਿਰ ਦਰਜ ਹੋਏਗਾ। Sir, whether the sexual incident has happened, the victim has desecrated the Nishan Sahib or not? As far as the first verification is concerned for the timing, there is no visible this thing कि गुरुद्वारा साहब कोई sacrilege हुई है। जड़ी निशान visible there is nothing visible कि ਉਹਦੇ 'ਚ ਕੋਈ sacrilege ਦਾ इवेंट हैगा। सर पुलिस वास्ते किते ना किते ये नमोशी वाली गल नहीं कि पूरे जिले की पुलिस SSP और SP लेवल के अधिकारी उत्ते लगे होण और एक मर्डर हो जाए उन्हें सामने। चंडीगढ़ विखे आम आदमी पार्टी ने की प्रेस कॉन्फ्रेंस। 8 दिसंबर 2021 को आम आदमी पार्टी ने एक प्रेस कॉन्फ्रेंस कर आप सबको ये इन्फॉर्मेशन दी थी कि पंजाब पुलिस के बहुत ही बड़े अधिकारी ने, एक सीनियर ऑफिसर ने हमें ये जानकारी दी थी कि चन्नी सरकार एक फिक्स्ड मैच के तहत इलेक्शंस को करीब आते देख एक बहुत ही कमजोर केस, एक कमजोर FIR करके शिरोमणि अकाली दल के सीनियर लीडर बिक्रम सिंह मजीठिया को गिरफ्तार करेगी। हमने ये बात 8 दिसंबर 2021 को आपको बताई थी और यह भी बताया था कि सुखबीर सिंह बादल और चरणजीत सिंह चन्नी, इन दोनों के बीच देर रात एक फार्म हाउस पे मीटिंग हुई और रात के अंधेरे में यह फैसला लिया गया कि एक फिक्स्ड मैच के चलते बिक्रम मजीठिया को एक बहुत ही कमजोर केस में डालकर गिरफ्तार किया जाएगा ताकि अगले ही दिन उनकी इस मसले में बेल हो जाए। जो हाल राजा वड़िंग की बसों का हुआ, जिस दिन बसें जब्त हुई उसके अगले दिन कोर्ट ने सारी बसें छोड़ दी, वही हश्र एक फिक्स्ड मैच के तहत चन्नी साहब इस मामले में भी करने जा रहे हैं। मैं साफ तौर पे कहना चाहता हूं
कि इलेक्शंस को करीब आते देख चन्नी सरकार एक इलेक्शन स्टंट कर रही है, यह कमजोर केस दर्ज करके। कांग्रेस की सरकार 16 मार्च 2017 को बनी थी। 16 मार्च 2017 से लेकर आज तक नशे के मामले में इतनी सी भी कार्रवाई, इतनी सी भी जांच कांग्रेस की सरकार ने नहीं करी। ना नशा पंजाब में कम हुआ, ना नशे का व्यापार कम हुआ, और ना ही नशे के सौदागर बड़े बड़े मगरमच्छ को कांग्रेस की सरकार ने पकड़ के जेल में डाला। अब चुनाव को करीब आते देख एक बहुत बड़ा धोखा, एक बहुत बड़ा झूठ, पंजाब के लोगों की आंखों में धूल झोंकने के लिए इलेक्शन स्टंट चन्नी सरकार कर रही है, यह एफआईआर दर्ज करके। अब चन्नी सरकार सिर्फ एक हफ्ते की सरकार रह गई है। आज से एक हफ्ते बाद चोन जाब्ता यानी कि मॉडल कोड ऑफ कंडक्ट, चोन जाब्ता लग जाएगी और चन्नी सरकार नहीं रहेगी, उनकी सारी सरकारी शक्तियां खत्म हो जाएंगी। फिर पंजाब में इलेक्शन होगा और एक नई सरकार आएगी। ये सब जानते हैं कि अब चन्नी सरकार एक हफ्ते की बची। 5 साल कांग्रेस की सरकार ने नशे के खिलाफ कोई कार्रवाई नहीं करी। 5 साल कांग्रेस सरकार ने नशे के व्यापार को पंजाब में नहीं रोका। 5 साल कांग्रेस की सरकार ने नशे के सौदागरों को नहीं पकड़ा। 5 साल कांग्रेस की सरकार ने नशे के व्यापार की कोई इन्वेस्टिगेशन नहीं करी। लेकिन चुनाव से 5 दिन पहले, चोन जाब्ता मॉडल कोड ऑफ कंडक्ट लगने से 5 दिन पहले यह एफआईआर कर इलेक्शन स्टंट करना चाहती है चन्नी सरकार और कांग्रेस पार्टी। मैं साफ तौर पे पंजाब की आवाम को यह कहना चाहता हूं कि कांग्रेस के इस झूठ फरेब और धोखे में मत फंसिएगा। कांग्रेस रल मिलकर शिरोमणि अकाली दल के साथ, पूरी पॉलिटिकल पेट्रनेज के साथ पूरे पंजाब में नशे का व्यापार करती है। इनकी 75-25 की पार्टनरशिप चलती है और बिना पॉलिटिकल पेट्रनेज के, बिना सरकार के हाथ के आशीर्वाद के नशे का इतना बड़ा व्यापार नहीं चलता। आज पंजाब में हर गली मोहल्ले नुक्कड़ पे नशा बिकता है। यह इसलिए बिकता है क्योंकि कांग्रेस पार्टी की सरकार ड्रग माफिया के साथ रल के, मिल के पंजाब के लोगों की नसों में नशा उतारती है। 75-25 की पार्टनरशिप चलती है। 75% सरकार का, 25% माफिया का, और यह सारा पैसा नेताओं की जेब में जाता है। अगर कांग्रेस पार्टी असल में नशे के सौदागरों के खिलाफ, ड्रग लॉर्ड्स के खिलाफ कोई बड़ा एक्शन लेना चाहती तो क्या 5 साल कम समय होता है? क्या 16 मार्च 2017 से लेकर आज तक एक्शन नहीं लेना चाहिए था? सिर्फ चुनाव से एक हफ्ता पहले, चोन जाब्ता लगने से एक हफ्ता पहले, सरकार समाप्त होने से, खत्म होने से एक हफ्ता पहले एक बहुत ही कमजोर एफआईआर करके दिखावा करना चाहती है चन्नी सरकार। हम इस दिखावे में नहीं फंसेंगे। चन्नी सरकार के स्टंटमैन चरणजीत सिंह चन्नी के इलेक्शन स्टंट में हम नहीं पड़ेंगे। यह चन्नी सरकार का एक इलेक्शन स्टंट है, स्टंटमैन का एक स्टंट है। और हमने आपको 8 दिसंबर 2021 को बता दिया था कि चन्नी सरकार एक ऐसे ही झूठ मूठ का कमजोर केस बनाकर बिक्रम सिंह मजीठिया को पकड़ के जेल में डालेगी, और अगले ही दिन इतना कमजोर केस होगा कि अगले ही दिन
उन्हें कोर्ट से बेल मिल जाएगी। ये एक फिक्स्ड मैच है शिरोमणि अकाली दल और कांग्रेस पार्टी के बीच में, और इस मैच फिक्सिंग के तहत ये सारे काम किए जा रहे हैं। और मैं एक चीज और आपको बता दूं कि अगर पंजाब में कांग्रेस पार्टी नशा खत्म करना चाहती, जो उन्होंने वादा किया था, श्री गुटका साहब की सौं खा के कैप्टन साहब ने कहा था, कांग्रेस पार्टी के सभी आगुओं ने कहा था कि हमारी सरकार बनने के 4 हफ्तों के अंदर हम पूरे पंजाब से नशा खत्म कर देंगे। 4 हफ्ते छोड़िए, 4 साल में कांग्रेस पार्टी वो नशा नहीं खत्म कर पाई। इनफैक्ट वो नशे का व्यापार कांग्रेस की सरकार में बढ़ा है, और जितना नशा अकालियों के समय बिकता था उससे ज्यादा नशा आज कांग्रेस पार्टी की सरकार में बिक रहा है। मैं कांग्रेस पार्टी के स्टंटमैन चरणजीत सिंह चन्नी साहब को कहना चाहता हूं, ये इलेक्शन स्टंट बंद करिए स्टंटमैन साहब। हमें असल एक्शन चाहिए, दिखावा नहीं चाहिए, कमजोर एफआईआर नहीं चाहिए, हमें नशे के खिलाफ एक्शन चाहिए। पूरे पंजाब में जगह जगह नशा बिकता है, और इसलिए बिकता है क्योंकि चन्नी सरकार, कांग्रेस सरकार रल मिल के नशा बिकवाती है पूरे पंजाब में। और मैं आपको एक और एग्जाम्पल देना चाहता हूं। अगर आप वो इस एफआईआर जो बिक्रम सिंह मजीठिया के खिलाफ दर्ज करी है उसे उठाकर पढ़ें, तो उसके अंदर ऑफेंस पीरियड, यानी कि गुनाह, जो कथा तथित गुनाह है, अलेज्ड ऑफेंस है, वो 2004 से 2014 के बीच में किया गया, ये एफआईआर कहती है। अगर 2004 से 2014 के बीच कोई गुनाह किया गया तो 2007 से 2012 भी कांग्रेस की सरकार थी, वो गुनाह को रोक सकती थी, गुनहगारों को सलाखों के पीछे डाल सकती थी। 2017 से 2022 तक भी कांग्रेस की सरकार है, 2017 में एक्शन ले सकती थी, 2018 में एक्शन ले सकती थी, 2019 में एक्शन ले सकती थी, 2020 में एक्शन ले सकती थी। अब चुनाव, इलेक्शन आने वाला है, चोन जाब्ता लगने वाली है, मॉडल कोड ऑफ कंडक्ट लगने से 5 दिन 7 दिन पहले एक्शन लेकर एक झूठ मूठ की कमजोर एफआईआर दर्ज करके आप लोगों को यह दिखावा दिखाकर ठग नहीं सकते, लोगों को बेवकूफ नहीं बना सकते। ये हम चन्नी सरकार को सीधे तौर पे कहना चाहते हैं। और आखिर में मैं ये कहना चाहता हूं कि ये सरकार और चन्नी साहब जो 2 बार अपना एजी बदल चुके हैं, 3 बार अपना डीजीपी बदल चुके हैं, कई बार ब्यूरो ऑफ इन्वेस्टिगेशन के सुप्रीमो को बदल चुके हैं, मैं पूछना चाहता हूं चन्नी साहब से कि आप सरकार चला रहे हैं कि सर्कस चला रहे हैं? ऐसे सरकार चलती है कि ऐसे सर्कस चलता है? केवल सिर्फ इलेक्शंस के मद्देनजर, सिर्फ और सिर्फ इलेक्शंस के मद्देनजर एक स्टंट करने की कोशिश कांग्रेस पार्टी की सरकार ने करी है। हम स्टंटमैन चन्नी साहब को कहना चाहते हैं, असल एक्शन करके दिखाइए, पंजाब में नशे के व्यापार को रोक के दिखाइए, पंजाब में नशे के व्यापार को कम से कम करके दिखाइए, घटा के दिखाइए, लेकिन एक्शन लीजिए। कैमरे के सामने स्टंट मत कीजिए। पंजाब की जनता इस बार आपके ये सारे स्टंट, आपके सारे धोखे, आपके सारे दिखावे जान चुकी है, उसकी असलियत जान चुकी है। और इस बार पंजाब की आवाम आपकी इस मैच फिक्सिंग में, इस फिक्स्ड मैच में फंसने वाली नहीं है। चन्नी सरकार, मैं आपसे ये कहना चाहता हूं। अनमोल गगनमान पहुंची केजरीवाल सरकार ਦੇ ਸਰਕਾਰੀ ਸਕੂਲਾਂ 'ਚ। ਅਸੀਂ ਪੰਜਾਬ ਤੋਂ ਆਏ ਜੀ ਤੁਹਾਡੇ ਸਕੂਲ ਦੇਖਣ। आपका बहुत बहुत स्वागत। जी 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 सत श्री अकाल। अगर हम 2014 मतलब इस सरकार आने से पहले की बात करें और उसके बाद की बात करें, तो जो चीज़ आप देख रहे हैं मतलब जीरो से लेकर के यहाँ तक हम पहुँचे हैं। हाँ, और मैं तो हैरान रह गई कि ऐसी बिल्डिंग सरकारी स्कूल की
मैम बिल्डिंग ही नहीं है, बिल्डिंग ही नहीं है। हम प्राइवेट स्कूल भी ऐसा नहीं देखा, हम क्वालिटी एजुकेशन की बात करते हैं। थोड़ा सा देखा है हमने, जो सेंटर्स पे देखा है, क्या स्ट्रक्चर बना हुआ है स्कूल का, क्या लाजवाब है। अभी आज के पेपर में शायद आपने पढ़ा होगा, हमारे 428 बच्चे नीट में सेलेक्ट हुए हैं, जो दिल्ली गवर्नमेंट के स्कूल। दिस इज द सक्सेस स्टोरी। हाँ जी भाजी, ਕਿੱਥੋਂ ਇੱਥੇ ਵੈਕਸੀਨ ਲਵਾਉਣ ਆਏ ਅੱਜ? ਹਾਂਜੀ ਮੈਂ ਵੈਕਸੀਨ ਲਵਾਉਣ ਆਇਆ ਸੀਗਾ ਤੇ ਮੈਂ ਦੇਖਿਆ ਤੁਸੀਂ ਆਏ ਹੋਏ ਤੇ ਮੈਂ ਇੱਥੇ ਰਹਿਣਾ ਲੱਗ ਗਈ। ਅੱਛਾ। ਤੇ ਪਹਿਲਾਂ ਅਸੀਂ ਇੱਥੇ ਪੜ੍ਹਦੇ ਆ, ਮੈਨੂੰ ਤਾਂ ਹੋ ਗਏ 8 ਸਾਲ ਹੋ ਗਏ, ਪਹਿਲਾਂ ਇੱਥੇ ਗਏ ਸੀਗੇ। ਅੱਛਾ ਜੀ। ਪਹਿਲਾਂ ਇੱਥੇ ਕੁਝ ਵੀ ਨਹੀਂ ਆ, ਸ਼ੈਡ ਵਗੈਰਾ ਕੁਝ ਵੀ ਨਹੀਂ ਹੁੰਦਾ ਸੀਗਾ, ਇੱਥੇ ਸਾਰਾ ਰੇਤਾ ਵਗੈਰਾ ਹੀ ਹੁੰਦਾ ਸੀ। ਜਦੋਂ ਕੱਚਾ ਸੀ। ਬਾਹਰ ਸਾਡੀ ਪ੍ਰੇਅਰ ਹੁੰਦੀ ਸੀਗੀ ਧੁੱਪੇ। ਅੱਛਾ। ਈਵਨਿੰਗ ਦਾ ਸਕੂਲ ਹੁੰਦਾ ਸੀ ਸਾਡਾ ਤੇ ਕੁੜੀਆਂ ਦਾ ਸਵੇਰੇ ਹੁੰਦਾ ਸੀਗਾ ਮਾਰਨਿੰਗ 'ਚ। ਹਾਂ। ਸਾਡਾ ਇੱਥੇ ਕਲਾਸਿਸ ਹੁੰਦੀਆਂ ਸੀਗੀਆਂ, ਬਹੁਤ ਚੇਂਜਸ ਕਰਤਾ ਇਹਨਾਂ ਨੇ। ਇੱਥੇ ਪ੍ਰਿੰਸੀਪਲ ਦਾ ਰੂਮ ਆ। ਅੱਛਾ। ਇੱਥੇ ਖੇਡਦੇ ਰਹੇ ਆ। ਮਤਲਬ ਆ ਸਾਰਾ ਹੁਣ ਨਵਾਂ ਬਣਿਆ ਟੋਟਲੀ ਸਟਰਕਚਰ। ਜਦੋਂ ਤੋਂ ਆਮ ਆਦਮੀ ਪਾਰਟੀ ਆਈ ਆ, ਉਹਨੇ ਮਤਲਬ ਇਹ ਸਕੂਲ ਨੂੰ ਇੰਨਾ ਜ਼ਿਆਦਾ ਡਿਵੈਲਪ ਕੀਤਾ ਆ ਕਿ ਤੁਸੀਂ ਕਹਿ ਨਹੀਂ ਸਕਦੇ। ਅਸੀਂ ਦੇਖਿਆ ਸਕੂਲ ਕੁਝ ਵੀ ਨਹੀਂ ਹੁੰਦਾ ਸੀਗਾ, ਆਹ ਬਿਲਡਿੰਗ ਨਹੀਂ ਹੁੰਦੀ ਸੀ ਪਿੱਛੇ ਵਾਲੀ, ਇੱਥੇ ਕਲਾਸਿਸ ਹੁੰਦੀਆਂ। ਮਤਲਬ ਤੁਸੀਂ ਮਿਸ ਕਰਦੇ ਹੋ ਵੀ ਸਾਡੇ ਮੇਰੇ ਟਾਈਮ ਹੋਣਾ ਚਾਹੀਦਾ ਸੀ। ਹਾਂਜੀ, ਉਦੋਂ ਇੱਕ ਹੀ ਸ਼ੈੱਡ ਵਾਲੀ ਕਲਾਸਿਸ ਹੁੰਦੀਆਂ ਸੀਗੀਆਂ, ਪੱਖੇ ਵੀ ਕਿਤੇ ਚੱਲਣਾ ਤੇ ਉੱਥੇ ਜਾ ਕੇ ਜਦੋਂ ਆਉਣਾ ਤੇ ਉਦੋਂ ਵੀ ਪੱਖੇ ਥੱਲੇ ਬਹਿ ਜਾਈਏ, ਛੇਤੀ ਚੱਲੀਏ ਜਾ ਕੇ ਪੱਖੇ ਥੱਲੇ ਸਾਨੂੰ ਸੀਟ ਮਿਲ ਜਾਵੇ। ਹੁਣ ਤਾਂ ਤੁਸੀਂ ਕਲਾਸਿਸ ਵਿੱਚ ਜਾਓ, ਮਤਲਬ ਏਸੀ ਵੀ ਲੱਗੇ ਹੋਏ ਆ, ਡੈਸਕ ਇੰਨੇ ਵਧੀਆ ਹੋ ਗਏ। ਪਹਿਲਾਂ ਉਹ ਟੁੱਟੇ ਜਿਹੇ ਡੈਸਕ ਹੁੰਦੇ ਸੀਗੇ, ਕਈ ਵਾਰ ਬੱਚਿਆਂ ਨੇ ਡੈਸਕ ਚੇਂਜ ਕਰ ਲੈਣੇ ਵੀ ਮੈਨੂੰ ਡੈਸਕ ਵਧੀਆ ਮਿਲ ਜੇ। ਹਾਂ, ਹੁਣ ਮਤਲਬ ਬਹੁਤ ਜ਼ਿਆਦਾ ਚੇਂਜਸ ਕਰਦਾ ਸਕੂਲ ਦਾ। ਅਸਲ 'ਚ ਅਸੀਂ ਆਏ ਹੋਏ ਸੀ ਦਿੱਲੀ ਅਰਵਿੰਦ ਸਰ ਨੂੰ ਮਿਲ, ਤੇ ਫਿਰ ਉਹਨਾਂ ਨੇ ਕਿਹਾ ਵੀ ਅਨਮੋਲ ਜਾਂਦੇ ਜਾਂਦੇ ਸਕੂਲ ਜ਼ਰੂਰ ਦੇਖ ਕੇ ਜਾਇਓ। ਤੇ ਅਸੀਂ ਉਹ ਤਾਂ ਹੀ ਸਕੂਲ ਕੀ, ਤਾਂ ਕਿ ਪੰਜਾਬੀਆਂ ਨੂੰ ਵੀ ਅਸੀਂ ਪੰਜਾਬ 'ਚ ਵਸਦੇ ਸਾਡੇ ਸਾਰਿਆਂ ਨੂੰ ਦੱਸੀਏ ਵੀ ਜਿਹੜੇ ਅਸੀਂ ਆਪਾਂ ਗਰੰਟੀਆਂ ਦੇ ਰਹੇ ਹਾਂ ਸਰਕਾਰ ਬਣਨ ਤੇ ਵੀ ਇਦਾਂ ਦਾ ਹੀ ਸਿਸਟਮ, ਇਸ ਤਰ੍ਹਾਂ ਦੇ ਸਕੂਲ ਜਿਹੜੇ ਬੱਚਿਆਂ ਦੀ ਵਧੀਆ ਫਿਊਚਰ ਰੈਡੀ ਕਰ ਸਕਦੇ, ਬੱਚਿਆਂ ਨੂੰ ਪ੍ਰਾਊਡ ਫੀਲ ਹੋਵੇ। ਤੁਹਾਨੂੰ ਪਤਾ ਵੀ ਸਾਡੇ ਪੰਜਾਬ 'ਚ ਕੋਈ ਵੀ ਬੰਦਾ ਸਰਕਾਰੀ ਸਕੂਲ 'ਚ ਬੱਚੇ ਨੂੰ ਪੜ੍ਹਾ ਕੇ ਖੁਸ਼ ਨਹੀਂ ਆ, ਹਨਾ। ਸਰਕਾਰੀ ਸਕੂਲ 'ਚ ਉਹ ਸਿਰਫ ਉਦੋਂ ਪੜਾਉਂਦਾ ਜਦੋਂ ਮਜਬੂਰੀ ਬਣ ਜਾਵੇ, ਜਾਂ ਗਰੀਬ ਵੀ ਇਹ ਨਹੀਂ ਕਹਿਣਾ ਚਾਹੁੰਦਾ ਮੇਰਾ ਬੱਚਾ ਸਰਕਾਰੀ ਸਕੂਲ 'ਚ ਪੜਦਾ। ਸੋ ਇੱਥੇ ਮੇਰੇ ਖਿਆਲ 'ਚ ਸਾਰਿਆਂ ਨੇ ਪ੍ਰਾਈਵੇਟ 'ਚੋਂ ਹਟਾ ਕੇ ਸਰਕਾਰੀ 'ਚ ਪਾ ਲਿਆ ਐਂਡ ਪ੍ਰਾਊਡਲੀ ਕਹਿੰਦੇ ਅਸੀਂ। ਮੈਂ ਅੱਜ ਹੀ ਦੇਖਿਆ ਨੀਟ ਦੇ ਬੱਚਿਆਂ ਦਾ 493 ਬੱਚਿਆਂ ਦਾ ਰਿਜ਼ਲਟ ਆਇਆ ਦਿੱਲੀ ਤੋਂ, ਅਰਵਿੰਦ ਕੇਜਰੀਵਾਲ ਦਾ। ਹੁਣ ਮੈਂ ਪੇਜ ਤੇ ਦੇਖ ਰਿਹਾ ਸੀਗਾ ਤੇ ਸਟੂਡੈਂਟਸ ਇੰਨੇ ਜ਼ਿਆਦਾ ਪ੍ਰਭਾਵਿਤ ਹੋ ਰਹੇ ਆ ਵੀ ਸਕੂਲ 'ਚ ਜਾ ਕੇ ਪਹਿਲਾਂ ਦੇਖਦੇ ਹੁੰਦੇ ਸੀਗੇ ਵੀ ਸਰਕਾਰੀ ਸਕੂਲ 'ਚ ਅਸੀਂ ਪੜ੍ਹਨਾ ਨਹੀਂ। ਸਾਡੇ ਗੁਆਂਢੀ ਬੱਚਾ ਹੈ, ਉਹਨੂੰ ਅਸੀਂ ਕਿਹਾ ਵੀ ਉਹ ਪੜ੍ਹਦਾ ਨਹੀਂ ਸੀ, ਉਹਦੇ ਫਾਦਰ ਦੁਬਈ ਚਲੇ ਗਏ, ਇੱਥੇ ਕੰਮ ਨਹੀਂ ਸੀ, ਤੇ ਉਹ ਕਹਿੰਦਾ ਵੀ ਮੈਂ ਸਰਕਾਰੀ ਸਕੂਲ 'ਚ ਨਹੀਂ ਜਾਣਾ, ਮੈਂ ਪ੍ਰਾਈਵੇਟ 'ਚ ਹੀ ਪੜ੍ਹਨਾ। ਉਹ ਇੱਥੇ ਪ੍ਰਾਈਵੇਟ ਸਕੂਲ 'ਚ ਪੜ੍ਹਦਾ। ਤੇ ਜਿਹੜੇ ਬੱਚੇ ਹੁਣ ਗਾਂ ਦੀ ਗਾਂ ਵਧੀ ਜਾ ਰਹੇ, ਉਹ ਦੇਖਦੇ ਆ ਵੀ ਪ੍ਰਾਈਵੇਟ ਸਰਕਾਰੀ ਸਕੂਲ ਦੇ ਇੰਨੇ ਵਧੀਆ ਰਿਜ਼ਲਟ ਆ ਰਹੇ ਆ ਵੀ ਉਹ ਹੁਣ ਖੁਦ ਅੱਗੇ ਆ ਕੇ ਕਹਿ ਰਹੇ ਵੀ ਅਸੀਂ ਸਰਕਾਰੀ ਸਕੂਲ 'ਚ ਜਾਣਾ ਆ। ਉਹ ਸਕੂਲ ਦੇਖਦੇ ਆ ਕੇ ਪਹਿਲਾਂ ਉਹਨੂੰ ਲੱਗਦਾ ਸੀ ਵੀ ਸਰਕਾਰੀ ਸਕੂਲ ਆ ਐਵੇਂ ਟੁੱਟੇ ਜੇ ਹੋਣਗੇ, ਪੱਕੇ ਹੋਣਗੇ, ਹੁਣ ਇੰਨਾ ਵਧੀਆ ਹੈ ਨਹੀਂ। ਮੈਂ ਤਾਂ ਹੈਰਾਨ, ਮੈਂ ਤਾਂ ਪ੍ਰਾਈਵੇਟ ਸਕੂਲ ਵੀ ਨਹੀਂ ਦੇਖੇ ਇੰਨਾ ਸੋਹਣਾ। ਹਾਂਜੀ, ਮੈਂ ਖੁਦ ਜਦੋਂ ਫਸਟ ਟਾਈਮ ਆਇਆ ਸੀ, ਬਹੁਤ ਟਾਈਮ ਬਾਅਦ ਆਇਆ ਸੀ। ਪਹਿਲਾਂ ਅਸੀਂ ਬਿਜ਼ੀ ਹੋ ਗਏ ਸਕੂਲ ਦੇ ਬਾਅਦ, ਫਿਰ ਕਾਲਜ ਚਲੇ ਗਏ, ਤੇ ਜਦੋਂ ਮੈਂ ਸਕੂਲ ਅੰਦਰ ਐਂਟਰੀ ਕੀਤੀ, ਪਹਿਲਾਂ ਐਂਟਰੀ ਨਹੀਂ ਦਿੰਦੇ ਸੀ, ਬਣਦਾ ਸੀ ਸਕੂਲ। ਜਦੋਂ ਆਇਆ ਮੈਂ ਕਿਹਾ ਸਕੂਲ ਸਾਡਾ ਪਤਾ ਨਹੀਂ ਕਿੱਥੇ ਲੈ ਕੇ ਚੱਕ ਕੇ, ਇੱਥੋਂ ਲੈ ਕੇ ਵੀ ਹੋਰ ਸਕੂਲ ਲੈ ਆਇਆ ਸ਼ਾਇਦ, ਇੱਥੇ ਚੱਕ ਕੇ। ਹਾਂ, ਨਹੀਂ ਚਲੋ ਕੁਝ ਵੀ ਨਹੀਂ ਹੁੰਦਾ ਸੀ, ਸਟੇਜ ਵਗੈਰਾ ਕੁਝ ਵੀ ਨਹੀਂ ਹੁੰਦੀ ਸੀ, ਬਹੁਤ ਜ਼ਿਆਦਾ ਚੇਂਜਸ ਕੀਤੇ, ਬਹੁਤ ਚੇਂਜਸ ਆਇਆ ਨਾ। ਉਹੀ ਮੈਂ ਕਿਹਾ ਅੱਜ ਜ਼ਰੂਰ ਦੇਖ ਕੇ ਜਾਈਏ ਅਸੀਂ। ਤੇ ਬਹੁਤ ਵਧੀਆ ਲੱਗਿਆ ਵੀਰੇ, ਤੁਸੀਂ ਆ ਕੇ ਜਾਂਦੇ ਜਾਂਦਿਆਂ ਨੇ ਵਿਊ ਦਿੱਤੇ, ਕਿਉਂਕਿ ਜਦੋਂ ਇੱਕ ਜੈਨੂਇਨ ਬੰਦਾ ਪੜਿਆ ਹੋਵੇ, ਜਿਹਨੇ ਹੁਣ ਇੱਥੋਂ ਵਾਲੇ ਬੱਚਿਆਂ ਨੇ ਤਾਂ ਇਹ ਦੱਸਣਾ ਵੀ ਸਕੂਲ ਵਧੀਆ। ਤੁਸੀਂ ਇਹ ਦੱਸ ਸਕਦੇ ਹੋ ਕਿ ਪਹਿਲਾਂ ਮੈਂ ਪੜ੍ਹਦਾ ਸੀ ਤੇ ਹੁਣ ਕੀ ਚੇਂਜ ਆਇਆ। हमारे फ्रेंड लगे हुए हैं, अगर आप ओवरनाइट या लेट वीडियो प्रोग्राम कराते हैं तो बड़ी पावरफुल LED लाइट लगी है। मैम दिस इज रोबोटिक्स लैब और इसमें आर्टिफिशियल इंटेलिजेंस पे हम लोग काम करते हैं, ड्रोन साइंस, रोबोटिक्स, 3D प्रिंटिंग। My project based on the home automation and also automatic barrier. मैम फर्स्ट ऑफ ऑल ये हमने एक ऑटोमेटिक बैरियर बनाया हुआ है। जैसे कि हम लोग जो भी गेट साइड रोडवेज होते हैं, टोल प्लाजाज होते हैं, तो वहाँ पे हम लोग क्या मैनुअल इसको कंट्रोल करना पड़ता है। आजकल तो वैसे फास्ट पे आ गया, लेकिन कहीं कहीं पे हम लोग को मैनुअली इसमें एक IR सेंसर लगा हुआ है। जो IR सेंसर, उसके आगे जब हम लोग जाएंगे तो IR सेंसर डिटेक्ट करेगा और ये 5 सेकंड की डिले में अपने आप ही नीचे हो जाएगा। वेरी नाइस। फिर से ये अपने ऐसी कॉन्टिन्यूसली चलता रहेगा, जिसके अंदर हमें ह्यूमन कोई एफर्ट नहीं लगाना पड़ेगा। वेरी नाइस। अभी तक तो मैंने तो इधर कोई ऐसे नहीं देखा, या तो बटन दबा के करते हैं या उठाते हैं, अपने आप तो नहीं होता।
मैम ये सिक्योरिटी अलार्म सिस्टम है। इसका जो मेन आइडिया जो हमने लिया था वो हमने लिया था कि जब भी हम कहीं पे जाते हैं या फिर कुछ भी होता है तो जितने भी सिक्योरिटी सिस्टम्स होते हैं वो सारे के सारे नॉर्मल डिजिटली वर्क करते हैं। ये एनालॉग मैम, अगर यहाँ पे लेज़र के बीच में कुछ भी आता है तो ये अलार्म बजाएगा, जिससे अगर कुछ भी हमें इंटरप्ट कर रहा है, मतलब कोई भी बिना परमिशन के अंदर आया है तो हम पता चल जाएगा इस चीज़। क्या बात, एक्सीलेंट। हेलो बच्चों, कैसे हो सभी लोग? बढ़िया हो? मैडम पंजाब से आई हुई है तो थोड़ी सी थोड़ी सी आपको म्यूज़िक रूम जो है हमेशा आपके लिए अवेलेबल रहता है प्रैक्टिस करने के लिए, इंस्ट्रूमेंट्स पूरे मिलते हैं। दिखाते हैं आपको कि हमारी सरकारी स्कूल के बच्चों के लिए सरकार ने कितनी शानदार सुविधाएं दी हैं। मैं तो हैरान हूँ, सरकारी स्कूल ਦੇ ਵਿੱਚ स्विमिंग मैं तो हैरान हाँ जी इन्ना मतलब सिस्टम देख के। मैं प्राइवेट स्कूल 'ਚ ਤੁਸੀਂ ਜਿੱਥੇ ਬਹੁਤ ਲੱਖਾਂ ਰੁਪਏ ਮਹੀਨੇ ਦਾ ਖਰਚਦੇ ਆ ਉੱਥੇ ਤੇ ਪੋਸੀਬਲ ਹੋ ਸਕਦਾ ਹੈ ਕੁਝ, ਜਿੱਥੇ ਉਹਨਾਂ ਨੂੰ ਹਾਈ ਫਾਈ ਫੈਸਿਲਿਟੀਆਂ ਮਿਲਦੀਆਂ, ਬਟ ਇੱਕ ਸਰਕਾਰੀ ਸਕੂਲ ਦੇ ਵਿੱਚ ਇੰਨੀਆਂ ਫੈਸਿਲਿਟੀਆਂ। ਰਾਣਾ ਸੋਢੀ ਦੇ ਕਾਂਗਰਸ ਤੇ ਵੱਡੇ ਹਮਲੇ, ਕਿਹਾ ਬੀਜੇਪੀ ਅਤੇ ਪੀਐਮ ਮੋਦੀ ਹੀ ਪੰਜਾਬ ਨੂੰ ਬਚਾ ਸਕਦਾ ਹੈ। माननीय श्री भूपेंद्र सिंह यादव जी, श्री गजेंद्र सिंह जी शेखावत साहब, सोम प्रकाश जी हमारे पंजाब से, दुष्यंत गौतम साहब नेशनल जनरल सेक्रेटरी साहब, मनजिंदर सरसा साहब मेरे भाई छोटे, परमिंदर बराड़ जी जो सभी स्टेज पे विराजमान और हस्तियां हैं, लीडर साहबान और मेरे साथी मीडिया के जो मेरे सामने बैठे हैं। आज जो मैंने निर्णय लिया है वो मैं ये सोचता हूँ कि पंजाब के हित में, और पंजाब में जो इस वक्त जो कि एक बॉर्डर स्टेट है और जिसमें पीस और कम्युनल हार्मोनी में एक इतना बड़ा खतरा पैदा हो रहा है, और उस खतरे को जो मौजूदा पंजाब की सरकार है वो उसके बस का रोग नहीं है। माननीय हमारे हिंदुस्तान के प्रधानमंत्री श्री नरेंद्र मोदी जी, जिन्होंने सिर्फ हिंदुस्तान में ही नहीं दुनिया में ये साबित कर दिया है कि अगर हिंदुस्तान किसी जगह से उठ के आगे बढ़ रहा है तो 7 साल में जो उन्होंने कमाल का काम किया है और लोगों के बीच एक ऐसा विश्वास पैदा किया है, वो एक बहुत ही शलाघा योग उन्होंने कदम उठाया है। उनके नेतृत्व में जो मैं आज शामिल हो रहा हूं, और माननीय श्री अमित शाह जी जिन्होंने आज मेरे को हौसला अफजाई दी, मेरे को अपना प्यार दिया और आगे बढ़ने के लिए उन्होंने मेरे को आदेश दिए। मैं ये सोचता हूँ कि ऐसे लीडर साहबान की ज़रूरत है आज हिंदुस्तान को। हिंदुस्तान को जब ज़रूरत है तो पंजाब एक बहुत छोटी स्टेट है लेकिन बहुत एक कॉम्प्लिकेटेड कह लें या बहुत इम्पॉर्टेंट और बहुत ही एक ऐसी स्टेट है जिसके बगैर हिंदुस्तान का नाम जो है वो थोड़ा फीका लगेगा अगर पंजाब उसमें से निकाल दें तो। लेकिन पंजाब को बचाने के लिए आज मैं विनती कर रहा हूं प्रधानमंत्री जी से कि उनको ख़ास तौर पे उधर अपनी नज़र करनी पड़ेगी, जो कि वो कर रहे हैं,
और जो कि मेरे साथी मेरे साथ आज विराजमान हैं डायस पे, स्टेज पे, इनकी ड्यूटी लगी हुई है। गजेंद्र सिंह जी पंजाब के इंचार्ज हैं और